ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਸੋ ਇੱਕ ਨਵੀਂ ਨਿਊਜ਼ ਜੋ ਅੱਜ ਨਿਕਲ ਕੇ ਸਾਹਮਣੇ ਆ ਰਹੀ ਹੈ ਬਿਲਕਿਸ ਬਾਨੋ ਕੇਸ ਦੇ ਵਿੱਚ ਕਿ ਗੁਜਰਾਤ ਹਾਈ ਕੋਰਟ ਦਾ ਫੈਸਲਾ ਪਲਟਿਆ ਗਿਆ ਹੈ ਉੱਪਰਲੀ ਅਦਾਲਤ ਵਿੱਚ ਤੇ ਮੁੜ ਤੋਂ ਉਹ ਸਾਰੇ ਜੋ ਮੁਲਜ਼ਮ ਨੇ ਉਹਨਾਂ ਮੁਲਜ਼ਮਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ਕੋਰਟ ਦੇ ਵਿੱਚ ਪੇਸ਼ ਹੋਵੋ ਔਰ ਹੋ ਸਕਦਾ ਕਿ ਉਹਨਾਂ ਨੂੰ ਮੁੜ ਤੋਂ ਜੇਲ੍ਹ ਭੇਜਿਆ ਜਾਵੇ। ਇਹ ਇੱਕ ਡਿਵੈਲਪਮੈਂਟ ਹੈ ਜਿਹਦੇ ਉੱਤੇ ਕਾਫੀ ਦੇਰ ਤੋਂ ਚਰਚਾ ਹੋ ਰਹੀ ਸੀ ਕਿ ਭਾਰਤ ਦੇ ਵਿੱਚ ਡੈਮੋਕ੍ਰੇਸੀ ਦਾ ਤੇ ਨਿਆਂ ਪ੍ਰਣਾਲੀ ਦਾ ਇੱਕ ਕੀ ਸਥਾਨ ਬਣਦਾ ਹੈ ਲੋਕਾਂ ਦੀ ਜ਼ਿੰਦਗੀ ਦੇ ਵਿੱਚ, ਲੋਕਾਂ ਨੂੰ ਆਮ ਜ਼ਿੰਦਗੀ ਦੇ ਵਿੱਚ ਨਿਆਂ ਮਿਲ ਸਕਦਾ ਕਿ ਨਹੀਂ ਮਿਲ ਸਕਦਾ, ਇਸ ਬਾਰੇ ਕਾਫੀ ਚਰਚਾ ਸੀ। ਹੁਣ ਇਲੈਕਸ਼ਨਸ 2024 ਦੀਆਂ ਨੇੜੇ ਨੇ, ਸੋ ਇਹ ਸਾਰੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਇਹ ਸਾਰੀਆਂ ਗਤੀਵਿਧੀਆਂ ਹੋ ਰਹੀਆਂ ਨੇ। ਸੋ ਇਹਦੇ ਕੀ ਕਾਰਨ ਨੇ ਔਰ ਇਹਨਾਂ ਸਾਰੀਆਂ ਗਤੀਵਿਧੀਆਂ ਦਾ ਇਲੈਕਸ਼ਨਸ ਦੇ ਉੱਤੇ ਕੀ ਅਸਰ ਪੈਣਾ ਹੈ, ਇਹ ਆਪਾਂ ਗੱਲਬਾਤ ਕਰਾਂਗੇ। ਔਰ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਜਗਰੂਪ ਸੇਖੋਂ ਜੀ, ਜੋ ਕਿ ਹਮੇਸ਼ਾ ਸਾਡੇ ਨਾਲ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਗੱਲਬਾਤ ਚਰਚਾ ਕਰਦੇ ਰਹਿੰਦੇ ਨੇ। ਸੇਖੋ ਸਾਹਿਬ, ਵੈਲਕਮ ਟੂ ਪੰਜਾਬ ਚਰਚਾ। ਥੈਂਕ ਯੂ ਜੀ। ਸੇਖੋ ਸਾਹਿਬ, ਇੱਕ ਛੋਟਾ ਜਿਹਾ ਇਲੈਕਸ਼ਨਸ ਵੱਲ ਵਧਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਬਰੀਫ ਕਮੈਂਟ ਚਾਹਾਂਗਾ ਤੁਹਾਡੇ ਕੋਲੋਂ। ਜੋ ਇਹ ਬਿਲਕਿਸ ਬਾਨੋ ਕੇਸ ਦੇ ਵਿੱਚ ਨਵੀਂ ਡਿਵੈਲਪਮੈਂਟ ਹੋਈ ਹੈ, ਇਹਨੂੰ ਆਪਾਂ ਕਿਸ ਤਰ੍ਹਾਂ ਲੈ ਸਕਦੇ ਹਾਂ 2024 ਦੀਆਂ ਇਲੈਕਸ਼ਨਸ ਦੇ ਕੰਟੈਕਸਟ ਦੇ ਵਿੱਚ? ਦੇਖੋ, ਇਸ ਵੇਲੇ ਕੁਝ ਕਹਿਣਾ ਕਿ ਕਿਸ ਪਾਸੇ ਜਾਊਗਾ, ਇਹ ਤਾਂ ਗੱਲ ਬਹੁਤ ਕਲੀਅਰ ਆ ਕਿ ਜਿਹੜੀ ਰਾਜਨੀਤਿਕ ਧਿਰ ਵਾ ਜਾਂ ਜਿਹੜੀ ਰਾਜ ਕਰਦੀ ਧਿਰ ਹੈਗੀ ਆ, ਉਹ ਇੱਥੋਂ ਦੇ ਸਾਰੇ ਸਿਸਟਮ ਨੂੰ ਬੁਲਡੋਜ਼ ਕਰ ਦੇਣਾ ਚਾਹੁੰਦੀ ਆ। ਕਿੰਨਾ ਕ੍ਰਾਈਮ ਕੀਤਾ ਸੀ ਇਹਨਾਂ ਨੇ ਉਸ ਲੇਡੀ ਜਿਹੜੀ ਬਿਲਕਿਸ ਬਾਨੋ ਦੇ ਨਾਂ ਦੇ ਉਹਦੇ ਪਰਿਵਾਰ ਦੇ ਨਾਂ ਨਾਲ, ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪੈਟਰੋਨੇਜ ਕੀਤਾ ਗਿਆ। ਮਤਲਬ ਸਰਕਾਰਾਂ, ਖਾਸ ਕਰਕੇ ਜਿੱਥੇ BJP RSS ਦੀਆਂ ਸਰਕਾਰਾਂ ਹੈ, ਕਿੱਦਾਂ ਕ੍ਰਿਮੀਨਲਸ ਨੂੰ ਜਾਂ ਇਸ ਕਿਸਮ ਦੇ ਰੇਪਿਸਟ ਨੂੰ ਜਾਂ ਜਿਹੜਾ ਇਸ ਕਿਸਮ ਦੇ ਕਿਰਦਾਰ ਕਰਨ ਵਾਲੇ ਲੋਕਾਂ ਨੂੰ ਬਚਾਉਣ ਤੱਕ ਕਿਸ ਹੱਦ ਤੱਕ ਜਾਂਦੀ ਹੈ। ਔਰ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਨੂੰ ਜਿਹੜਾ ਹੈਗਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਔਰ 15 ਅਗਸਤ ਵਾਲੇ ਦਿਨ ਸੀ, ਦੇਖੋ ਇਹ ਸਿੰਬਲ ਜਿਹੜੇ ਹੈਗੇ ਆ ਕਿਸ ਕਿਸਮ ਦੀ ਉਹਦੀ ਇੰਪੋਰਟੈਂਸ ਹੈਗੀ ਆ ਕਿ 15 ਅਗਸਤ ਵਾਲੇ ਦੇਸ਼ ਨੂੰ ਆਜ਼ਾਦੀ ਮਿਲਦੀ ਆ ਔਰ 15 ਅਗਸਤ ਵਾਲੇ ਦਿਨ ਨੂੰ ਇਹ ਜਿਹੜੇ ਲੋਕ ਉੱਥੋਂ ਰਿਹਾ ਹੋ ਕੇ ਇਹਨਾਂ ਦੇ ਗਲਾਂ 'ਚ ਹਾਰ ਪਾਏ ਜਾਂਦੇ ਆ। ਗੱਲ ਬੜੀ ਸਿੱਧੀ ਹੈਗੀ ਆ ਕਿ ਇਹ ਆਰ ਪਾਰ ਦੀ ਜਿਹੜੀ ਸਾਰੀ ਵਿਚਾਰਧਾਰਕ ਤੌਰ ਦੇ ਉੱਤੇ ਜੋ ਸਾਰੇ ਪਾਸੇ ਦੇ ਆਰ ਪਾਰ ਦੀ ਇੱਕ ਕਿਸਮ ਦੀ ਲੜਾਈ ਬਣੀ ਆ ਕਿ ਇੱਕ ਧਿਰ ਉਹ ਹੈਗੀ ਆ ਜਿਨ੍ਹਾਂ ਦੀ ਸੰਸਥਾ ਦਾ ਕੋਈ ਮਾਇਨਾ ਨਹੀਂ ਹੈਗਾ, ਉਹ ਸਭ ਚੀਜ਼ ਬੁਲਡੋਜ਼ ਕਰ ਦੇਣਾ ਚਾਹੁੰਦੀ ਹੈ ਇੱਕ ਪਾਰਟੀਕੂਲਰ ਵਿਚਾਰਧਾਰਾ, ਔਰ ਇੱਕ ਉਸ ਵਿਚਾਰਧਾਰਾ ਦੇ ਜਿਹੜੇ ਪੈਰੋਕਾਰ ਹੈਗੇ ਜਾਂ ਉਹਨੂੰ ਅੱਗੇ ਲਿਜਾਣ ਵਾਲਿਆਂ ਨੂੰ ਕਿਸ ਹੱਦ ਤੱਕ ਚਲੀ ਜਾਂਦੀ ਆ ਬਚਾਉਣ ਵਾਸਤੇ। ਇਹ ਬਹੁਤ ਅਨਫਾਰਚੂਨੇਟ ਪਾਰਟ ਸੀ। ਇਹ ਠੀਕ ਆ, ਇਸ ਸਰਕਾਰ ਹੈਗੀ ਹੁਣ ਇਸ ਵੇਲੇ ਮੋਦੀ ਦੀ ਸਰਕਾਰ ਹੈਗੀ ਆ, BJP ਸਰਕਾਰ, ਇਹਨੇ ਸਦਾ ਨਹੀਂ ਰਹਿਣਾ। ਪਰ ਜਦੋਂ ਇਹ ਦੇਸ਼ ਦਾ ਇਤਿਹਾਸ ਲਿਖਿਆ ਜਾਊਗਾ ਔਰ ਇਤਿਹਾਸ ਦੇ ਵਿੱਚ ਜਦੋਂ ਇਸ ਕਿਸਮ ਦੀਆਂ ਘਟਨਾਵਾਂ ਦਾ ਵਰਣਨ ਹੋਊਗਾ ਤੇ ਮੈਨੂੰ ਲੱਗਦਾ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਹੈਗੀਆਂ ਵਾ ਉਹਨਾਂ ਦੇ ਮਨਾਂ ਦੇ ਵਿੱਚ ਕਿਸ ਕਿਸਮ ਦੀ ਸੋਚ, ਕਿਸ ਕਿਸਮ ਦੀ ਜਿਹੜੀ ਹੈਗੀ ਆ ਤਲਖੀ ਪੈਦਾ ਹੋਊਗੀ। ਇਹ ਗੱਲ ਠੀਕ ਹੈ ਆ। ਹਿਊਮਨ ਰਾਈਟਸ ਦੀ ਜੇ ਆਪਾਂ ਗੱਲ ਕਰੀਏ, ਜਿਸ ਤਰ੍ਹਾਂ ਬਾਈਡਨ ਸਾਹਿਬ ਵੀ ਜਦੋਂ ਉੱਥੇ ਆਏ ਨੇ G20 ਵੇਲੇ, ਤੇ ਉਸ ਤੋਂ ਬਾਅਦ ਉਹ ਜਾਂਦੇ ਨੇ ਵੀਅਤਨਾਮ ਤੇ ਉੱਥੇ ਜਾ ਕੇ ਹਿਊਮਨ ਰਾਈਟਸ ਦੀ ਗੱਲ ਹੁੰਦੀ ਹੈ। ਔਰ ਜਦੋਂ ਮੋਦੀ ਸਾਹਿਬ ਵੀ ਅਮਰੀਕਾ ਜਾਂਦੇ ਨੇ, ਉੱਥੇ ਵਾਲ ਸਟਰੀਟ ਜਰਨਲ ਦੀ ਜਰਨਲਿਸਟ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਹਿਊਮਨ ਰਾਈਟਸ ਮਾਈਨੋਰਿਟੀਜ਼ ਨੂੰ ਲੈ ਕੇ ਤੁਹਾਡੇ ਦੇਸ਼ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਹੈ 2024 ਦੀਆਂ ਕੰਟੈਕਸਟ ਦੇ ਵਿੱਚ, ਚੋਣਾਂ ਦੇ ਕੰਟੈਕਸਟ ਦੇ ਵਿੱਚ ਜੇ ਆਪਾਂ ਜਾਣਨਾ ਚਾਹੀਏ ਹਿਊਮਨ ਰਾਈਟਸ ਔਰ ਸੋਸ਼ਲ ਜਸਟਿਸ ਕਿੱਥੇ ਖੜਾ ਹੈ ਭਾਰਤ ਦੇ ਵਿੱਚ? ਨਹੀਂ, ਹਿੰਦੁਸਤਾਨ 'ਚ ਕਿੱਥੇ ਖੜਾ? ਸਭ ਤੋਂ ਵੱਡਾ ਆਪਣੇ ਆਪ ਨੂੰ ਹਿਊਮਨ ਰਾਈਟਸ ਦਾ ਜਿਹੜਾ ਪ੍ਰੋਟੈਗੋਨਿਸਟ ਹੈਗਾ ਵਾ ਜਾਂ ਪ੍ਰੋਟੈਕਟਰ ਹੈਗਾ ਵਾ ਜਾਂ ਡੈਮੋਕ੍ਰੇਸੀ ਦੀ ਗੱਲ ਤਾਂ USA ਕਰਦਾ। ਜਿੰਨਾ ਘਾਣ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਦੁਨੀਆ ਦੇ ਤੀਸਰੀ ਦੁਨੀਆ ਦੇ ਮੁਲਕ ਜਿਹੜੇ ਉਹਦੀ ਹਾਂ 'ਚ ਹਾਂ ਨਹੀਂ ਬਣਾਉਂਦੇ, ਉਹਨਾਂ ਦਾ ਜਿਹੜਾ ਹੈਗਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਕੀਤੀ ਆ, ਚਾਹੇ ਉਹ ਅਫਗਾਨਿਸਤਾਨ 'ਚ ਅਲ-ਕਾਇਦਾ ਲਿਆ ਕੇ, ਚਾਹੇ ਪਾਕਿਸਤਾਨ ਦੇ ਵਿੱਚ ਇਸ ਕਿਸਮ ਲਿਆ ਕੇ, ਚਾਹੇ ਅਸੀਂ ਦੇਖਦੇ ਹਾਂ ਜੋ ਉਹਨਾਂ ਨੇ ਇਰਾਕ ਦੇ ਵਿੱਚ ਕੀਤਾ, ਈਰਾਨ ਦੇ ਵਿੱਚ ਕੀਤਾ, ਜਾਂ ਜਿਸ ਤਰੀਕੇ ਨਾਲ ਉਹ ਗਾਜ਼ਾ ਦੇ ਵਿੱਚ ਕਰ ਰਹੇ ਆ। ਪਹਿਲੀ ਗੱਲ ਤਾਂ ਬਾਈਡਨ ਹੋਣਾ ਨੂੰ ਮੈਨੂੰ ਲੱਗਦਾ ਨਹੀਂ ਆ ਕਿ ਇਸ ਕਿਸਮ ਦਾ ਕੋਈ ਉਪਦੇਸ਼ ਦੇਣ ਦੀ ਲੋੜ ਸੀ। ਇਸ ਹਮਾਮ ਦੇ ਵਿੱਚ ਸਾਰੇ ਜਿਹੜੇ ਹੈਗੇ ਆ ਉਹ ਨੰਗੇ ਆ। ਉਹ ਜਦੋਂ ਇੰਡੀਆ 'ਚ ਆਏ ਆ ਉਹਨਾਂ ਨੂੰ ਇੱਥੇ ਲੱਗਾ ਕਿ ਇਸ ਕਿਸਮ ਦੀ ਜਿਹੜੀ ਵਾਇਲੇਸ਼ਨ ਹੋ ਰਹੀ ਆ ਔਰ ਇੱਥੇ ਉਹਨਾਂ ਨੂੰ ਡੇਅਰ ਕਰਨਾ ਚਾਹੀਦਾ ਸੀਗਾ। ਜੇ ਉਹ ਐਡੇ ਵੱਡੇ ਹਿਊਮਨ ਰਾਈਟਸ ਦੇ ਲੰਬੜਦਾਰ ਸੀ ਤਾਂ ਵੀਅਤਨਾਮ 'ਚ ਕਿਉਂ ਗਿਆ? ਇੱਥੇ ਪ੍ਰੈਸ ਕਾਨਫਰੰਸ ਕਰਦੇ ਤੇ ਉਹਨਾਂ ਨੂੰ ਕੋਈ ਰੋਕ ਨਹੀਂ ਸੀ ਸਕਦਾ। ਇੱਥੇ ਉਹ ਗੱਲ ਨੂੰ ਜਿਹੜਾ ਹੈਗਾ ਸੀ ਉਹ ਖੜਾ ਕਰਦੇ, ਪਰ ਇੱਥੇ ਪਤਾ ਸੀ ਵੀ ਉਹਨਾਂ ਨੂੰ ਹੋਰ ਸਵਾਲ ਵੀ ਜਿਹੜੇ ਖੜੇ ਹੋਣੇ ਸੀਗੇ। ਹਿਊਮਨ ਰਾਈਟਸ ਜਿਹੜੇ ਹੈਗੇ ਆ, ਹਿਊਮਨ ਰਾਈਟਸ ਉਹਨਾਂ ਦੇ ਹੁੰਦੇ ਆ ਜਿਹੜੇ ਸਮਾਜ ਦੇ ਵਿੱਚ ਲੋਕ ਬਹੁਤ ਜ਼ਿਆਦਾ ਜਿਹੜੇ ਇਕਨੋਮਿਕਲੀ ਸਿਕਿਉਰ ਹੋਣ ਜਾਂ ਜਿਹੜੇ ਖਾਂਦੇ ਪੀਂਦੇ ਹੋਣ, ਜਾਂ ਉਹ ਲੋਕ ਜਿਨ੍ਹਾਂ ਨੇ ਬਹੁਤ ਵਿੱਦਿਆ ਹੋਵੇ, ਸਮਝ ਹੋਵੇ, ਜਿਨ੍ਹਾਂ ਲੋਕਾਂ ਨੂੰ 5 ਕਿਲੋ ਅਨਾਜ ਦੇ ਉੱਤੇ ਰੱਖਣ ਵਾਸਤੇ ਹੀ ਅਗਲੇ 5 ਸਾਲ ਦਾ ਲਾਰਾ ਲਾਇਆ ਜਾਂਦਾ ਤੇ ਉਹਨਾਂ ਲਈ ਹਿਊਮਨ ਰਾਈਟਸ ਕੀ ਹੈਗਾ?
ਉਹਨਾਂ ਦੀ ਸਿਰਫ ਹੈਗਾ ਵੀ ਤੁਹਾਨੂੰ ਅਸੀਂ ਜਿੰਦਾ ਰੱਖਣਾ ਵਾ, ਬਾਕੀ ਤੁਸੀਂ ਰਾਜਨੀਤਿਕ ਤੌਰ ਦੇ ਉੱਤੇ, ਮਨੁੱਖੀ ਅਧਿਕਾਰਾਂ ਦੇ ਤੌਰ ਦੇ ਉੱਤੇ, ਸੋਚ ਦੇ ਤੌਰ ਦੇ ਉੱਤੇ, ਸਮਾਜਿਕ ਪ੍ਰਾਣੀ ਦੇ ਉੱਤੇ ਤੁਹਾਡੀ ਕੋਈ ਵੈਲਿਊ ਨਹੀਂ ਹੈ। ਤੇ ਜਦੋਂ ਤੁਸੀਂ ਇਹਨਾਂ ਆਪ ਨੂੰ ਡੀਮੀਨ ਕਰ ਦਿੰਦੇ ਹੋ ਉਹਨਾਂ ਨੂੰ, ਤੇ ਫਿਰ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਹਿਊਮਨ ਰਾਈਟਸ ਦਾ ਮੁੱਦਾ ਜਿਹੜਾ ਬਹੁਤ ਵੱਡਾ ਇੰਪੋਰਟੈਂਟ ਮੁੱਦਾ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਆਉਂਦਾ ਹੈ। ਹਾਂ, ਇਹ ਇੰਸਟੈਂਸ ਹੋਇਆ, ਪਰ ਇੰਸਟੈਂਸ ਨੂੰ ਲੋਕਾਂ ਤੱਕ ਪਹੁੰਚਾਇਆ ਕਿਸੇ ਨੇ ਕੀ? ਜਿਹੜਾ ਮੀਡੀਆ ਹੈਗਾ ਵਾ, ਮੇਨਸਟ੍ਰੀਮ ਮੀਡੀਆ, ਉਹਨਾਂ ਨੇ ਇਹਦੀ ਗੱਲ ਕੀਤੀ ਆ? ਕਿਸੇ ਨੇ ਗੱਲ ਨਹੀਂ ਕੀਤੀ। ਕੀ ਇਹਦੇ ਪ੍ਰੋਸਕੌਨਸ ਦੇਖੇ ਆ? ਕਿ ਇਹਦੇ ਵਿੱਚ ਇਸ ਵੱਡੇ ਹਿਊਮਨ ਰਾਈਟਸ ਦੇ ਜਾਂ ਜਿੰਨੇ ਵੀ ਹੋਰ ਹਿਊਮਨ ਰਾਈਟਸ ਇਸ਼ੂਜ਼ ਹੋਏ ਆ, ਚਾਹੇ ਉਹ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਨਾਲ ਵੀ ਇਦਾਂ ਹੀ ਹੋਇਆ ਸੀਗਾ, ਜਿਸ ਤਰੀਕੇ ਨਾਲ ਉਹਨਾਂ ਨੂੰ ਸਰਦੀਆਂ ਦੇ ਵਿੱਚ ਗਰਮੀਆਂ 'ਚ ਤੜਫਾਇਆ ਗਿਆ ਸੀ, ਜਾਂ ਉਹਨਾਂ ਦੀ ਡਿਗਨਿਟੀ ਤੇ ਸਵਾਲ ਕੀਤੇ ਗਏ ਸੀ, ਜਾਂ ਜਿਸ ਤਰੀਕੇ ਨਾਲ ਇਸ ਵੇਲੇ ਦਲਿਤ ਭਾਈਚਾਰੇ ਦੇ ਉੱਤੇ ਹੋ ਰਿਹਾ, ਜਾਂ ਜਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਫੜ ਕੇ ਜੇਲ੍ਹਾਂ ਸੁੱਟਿਆ ਜਾ ਰਿਹਾ ਜਿਹੜੇ ਲੋਕ ਇਸ ਵਿਚਾਰਧਾਰਾ ਦੇ ਧਾਰਨੀ ਨਹੀਂ ਹੈ। ਤਾਂ ਮੇਰਾ ਸਵਾਲ ਹੈ ਕਿ ਜਦੋਂ ਆਪਾਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਹੈਗਾ ਕਿ ਕੀ ਮਨੁੱਖ ਜਿਉਣ ਜੋਗਾ ਹੈਗਾ ਵਾ? ਕੀ ਮਨੁੱਖ ਜਿਹੜਾ ਹੈਗਾ ਉਹਨੂੰ ਇਹ ਪਤਾ ਹੈਗਾ ਵੀ ਕੱਲ ਤੱਕ ਮੇਰੇ ਘਰ ਦੇ ਜਿਹੜਾ ਡੱਬੇ ਦੇ ਵਿੱਚ ਰਾਸ਼ਨ ਹੈਗਾ ਵਾ, ਜਾਂ ਕੱਲ ਤੱਕ ਜਿਹੜਾ ਹੈਗਾ ਵਾ ਕਿ ਮੈਂ ਜਿੰਦਾ ਰਹਿ ਸਕੂੰਗਾ ਕਿ ਨਹੀਂ ਰਹਿ ਸਕੂੰਗਾ? ਸੋ ਇਸ ਕਰਕੇ ਬਹੁਤੇ ਜ਼ਿਆਦਾ ਸਾਡੇ ਵਰਗੇ ਦੇਸ਼ ਦੇ ਵਿੱਚ ਮਾਇਨੇ ਨਹੀਂ ਰੱਖਦੇ। ਤੁਸੀਂ ਦੇਖੋਗੇ ਇੱਥੇ ਤਾਂ ਵੱਡੇ ਵੱਡੇ ਲੋਕ ਜਿਹੜੇ ਹੈਗੇ ਆ, ਉਹਨਾਂ ਨੂੰ ਵੀ ਬਿਨਾਂ ਕੋਈ ਕਾਰਨ ਦੱਸਿਆ ਜਾਂ ਜਿਸ ਤਰੀਕੇ ਨਾਲ ਧੱਕੇ ਦੇ ਨਾਲ ਫੜ ਕੇ, ਜਾਂ ਜੋ ਤੁਹਾਡੀਆਂ ਏਜੰਸੀ ਹੈਗੀਆਂ, ਇੰਸਟੀਟਿਊਸ਼ਨਸ ਹੈਗੀਆਂ, ਸੁਪਰੀਮ ਕੋਰਟ ਕੱਲੀ ਕੀ ਕਰੂਗੀ? ਆਪਾਂ ਦੇਖਿਆ ਕਿ ਜਿਸ ਤਰੀਕੇ ਨਾਲ ਰਾਜੀਵ ਗਾਂਧੀ ਨੂੰ ਜਿਹੜਾ ਹੈਗਾ, ਰਾਹੁਲ ਗਾਂਧੀ ਨੂੰ ਜਿਹੜਾ ਅਨਸੀਟ ਕੀਤਾ ਸੀਗਾ, ਜਿਸ ਤਰੀਕੇ ਨਾਲ ਮਹੁਆ ਮਿੱਤਰਾ ਦਾ ਵਿਵਹਾਰ ਕੀਤਾ ਗਿਆ, ਇਸ ਤਰੀਕੇ ਦੇ ਹੋਰ ਬਹੁਤ ਸਾਰੇ ਹੈਗੇ ਆ। ਜਦੋਂ ਇਹਨਾਂ ਲੋਕਾਂ ਨੇ ਵਰਤਾਰਾ ਹੋ ਰਿਹਾ ਤੇ ਫਿਰ ਆਮ ਵਿਅਕਤੀ ਤੇ ਜਿਹੜਾ ਹੈਗਾ ਉਹ ਚੁੱਪ ਕਰਕੇ ਬੈਠ ਜਾਂਦਾ ਕਿ ਮੇਰੀ ਸਾਰ ਕਿਹਨੇ ਲੈਣੀ ਆ। ਲੱਖਾਂ ਦੀ ਗਿਣਤੀ ਦੇ ਵਿੱਚ ਹੋ ਸਕਦਾ ਉਹਨਾਂ ਨੇ ਆਪਣੀ ਸਜ਼ਾ ਵੀ ਭੁਗਤ ਲਈ ਹੋਵੇ, ਹੋ ਸਕਦਾ ਕਿ ਜੇ ਕਿਸੇ ਨੇ ਚੋਰੀ ਚਕਾਰੀ ਠੱਗੀ ਡਾਕਾ ਮਾਰਿਆ ਹੈ, ਉਹ ਇਸ ਕਰਕੇ ਮਾਰਿਆ ਹੋਵੇ ਨਿਆਣੇ ਭੁੱਖੇ ਹੁਣ ਉਹ ਜੇਲ੍ਹਾਂ ਸਣ ਰਹੇ ਆ। ਦੂਸਰੇ ਪਾਸੇ ਜਿਨ੍ਹਾਂ ਨੇ ਵੱਡੇ ਵੱਡੇ ਡਾਕੇ ਮਾਰੇ ਆ, ਉਹ ਸਾਰੇ ਜਾਂ ਤਾਂ ਬਾਹਰਲੇ ਪਾਸੇ ਚਲੇ ਗਏ, ਜਾਂ ਉਹ ਛਤੜੀ ਥੱਲੇ ਆ ਗਏ, ਜਿਹੜੀ ਛਤੜੀ ਉਹਨਾਂ ਨੂੰ ਬਚਾਉਣ ਲਈ ਜਿਹੜੀ ਹਰ ਵੇਲੇ ਤਿਆਰ ਰਹਿੰਦੀ ਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਹਿਊਮਨ ਰਾਈਟਸ ਦਾ ਪਰਸਪੈਕਟਿਵ ਇਹ ਸਟੇਟ ਟੂ ਸਟੇਟ ਵੈਰੀ ਕਰਦਾ, ਸੋਸਾਇਟੀ ਟੂ ਸੋਸਾਇਟੀ ਵੈਰੀ ਕਰਦਾ ਹੈ, ਔਰ ਵਿਦਨ ਸੋਸਾਇਟੀ ਦੇ ਵਿੱਚ ਕਿਹੜਾ ਸੈਕਸ਼ਨ ਹੈਗਾ ਵਾ ਉਹਦੇ ਹੋਰ ਮੀਨਿੰਗ ਹੈਗੇ ਆ, ਆਮ ਬੰਦੇ ਦੀ ਹੋਰ ਮੀਨਿੰਗ ਹੈਗੇ ਆ। ਤੇ ਮੈਨੂੰ ਲੱਗਦਾ ਕਿ ਹਿੰਦੁਸਤਾਨ ਦੇ ਵਿੱਚ ਜਾਂ ਹੋਰ ਤੀਸਰੀ ਦੁਨੀਆ ਦੇ ਜਿਹੜੇ ਦੂਸਰੇ ਦੇਸ਼ ਹੈਗੇ ਆ, ਉਹਦੇ ਵਿੱਚ ਹਿਊਮਨ ਰਾਈਟਸ ਦਾ ਜਿਹੜਾ ਇਸ਼ੂ ਕਿਤਾਬਾਂ ਲਈ ਤਾਂ ਬਹੁਤ ਚੰਗਾ ਲੱਗਦਾ, ਪਰ ਅਪਲਾਈਡ ਤੌਰ ਦੇ ਉੱਤੇ ਇਹਦੇ ਬਹੁਤ ਸਾਰੇ ਇਹਦੇ ਉੱਤੇ ਡਰ ਵਾ, ਖਤਰੇ ਆ, ਚੈਲੰਜਸ ਹੈਗੇ ਆ। ਔਰ ਇਹ ਚੈਲੰਜਸ ਅਸੀਂ ਤਾਂ ਹੀ ਇਹਨਾਂ ਨੂੰ ਲੋਕਾਂ ਦਾ ਚੈਲੰਜ ਬਣਾ ਸਕਦੇ ਹਾਂ ਕਿ ਜੇ ਉਹਨਾਂ ਦੀ ਪੋਲੀਟੀਕਲ ਮੋਬਿਲਾਈਜੇਸ਼ਨ ਹੋਵੇ। ਪਰ ਪੋਲੀਟੀਕਲ ਮੋਬਿਲਾਈਜੇਸ਼ਨ ਦਾ ਜਿਹੜਾ ਸਾਧਨ ਹੈਗਾ, ਉਹ ਤੁਹਾਡੇ ਕੋਲ ਪੈਸਾ ਚਾਹੀਦੀ ਹੈ, ਤੁਹਾਡੇ ਕੋਲ ਤਾਕਤ ਚਾਹੀਦੀ ਹੈ। ਜਿਹੜੀ ਪਾਰਟੀ ਇਸ ਵੇਲੇ ਰਾਜ ਕਰਦੀ ਆ, ਉਹ ਕਿਸ ਕਿਸਮ ਦੀ ਪੋਲੀਟੀਕਲ ਮੋਬਿਲਾਈਜੇਸ਼ਨ ਕਰ ਰਹੀ ਆ? ਉਹ ਮਨੁੱਖੀ ਅਧਿਕਾਰਾਂ ਦੀ ਗੱਲ ਨਹੀਂ ਕਰ ਰਹੀ, ਉਹ ਧਰਮ ਨੂੰ ਸੈਂਟਰ ਦੇ ਵਿੱਚ ਲਿਆ ਰਹੀ ਆ, ਉਹ ਦੂਸਰੇ ਨੂੰ ਅਦਰ ਬਣਾ ਰਹੀ ਆ, ਜਾਂ ਜੋ ਉਹਨਾਂ ਦਾ ਏਜੰਡਾ ਉਹ ਲਿਆ ਕੇ ਬਾਕੀ ਸਾਰੇ ਮੁੱਦੇ ਪਿੱਛੇ ਛੱਡ ਕੇ ਤੇ ਇੱਕੋ ਹੀ ਏਜੰਡਾ ਹੈਗਾ ਵੀ ਕਿੱਦਾਂ ਤਾਕਤ ਦੇ ਵਿੱਚ ਆ ਕੇ ਤੇ ਜਿਹੜਾ ਸੰਵਿਧਾਨ ਬਚਿਆ ਖੁਜਿਆ ਹੈਗਾ ਵਾ, ਜਾਂ ਇਹਦੇ ਵਿੱਚ ਫੰਡਾਮੈਂਟਲ ਰਾਈਟ ਦੀ ਕੋਈ ਗੱਲ ਕਰਦਾ ਹੈ, ਡਾਇਰੈਕਟ ਪ੍ਰਿੰਸੀਪਲ ਸਟੇਟ ਦੀ ਗੱਲ ਕਰਦਾ ਹੈ, ਤਾਂ ਹੌਲੀ ਹੌਲੀ ਉਹ ਡਿਸਪੀਅਰ ਹੋ ਜਾਵੇ। ਜੀ ਸੇਖੋਂ ਸਾਹਿਬ, ਤੁਸੀਂ ਇੱਕ ਚੀਜ਼ ਦੇ ਉੱਤੇ ਜ਼ੋਰ ਦਿੱਤਾ ਕਿ ਜਦੋਂ ਤੱਕ ਕੋਈ ਚੀਜ਼ ਲੋਕ ਲਹਿਰ ਨਹੀਂ ਬਣਦੀ, ਉਦੋਂ ਤੱਕ ਕੋਈ ਵੀ ਚੀਜ਼ ਕ੍ਰਾਂਤੀ ਨਹੀਂ ਲਿਆ ਸਕਦੀ, ਕੋਈ ਵੀ ਚੀਜ਼ ਸਫਲਤਾਪੂਰਵਕ ਕੋਈ ਬਦਲਾਵ ਨਹੀਂ ਲਿਆ ਸਕਦੀ। 2024 ਦੀਆਂ ਇਲੈਕਸ਼ਨ ਸਿਰ 'ਤੇ ਨੇ, ਔਰ ਰਾਮ ਜਨਮ ਭੂਮੀ ਦੀ 22 ਜਨਵਰੀ ਨੂੰ ਜੋ ਡੇਟ ਫਿਕਸ ਕੀਤੀ ਹੈ ਉਦਘਾਟਨ ਦੀ, ਉਹਨੂੰ ਲੈ ਕੇ ਇੱਕ ਤਰ੍ਹਾਂ ਦੀ ਵਿਚਾਰ ਚਰਚਾ ਚੱਲਦੀ ਪਈ ਹੈ। ਕੁਝ ਧਰਮ ਗੁਰੂ ਉਹ ਆਪਣੀ ਵਿਚਾਰਧਾਰਾ ਦੇ ਰਹੇ ਨੇ ਕਿ ਇਹ ਧਰਮ ਦੇ ਮੁਤਾਬਿਕ, ਸ਼ਾਸਤਰਾਂ ਦੇ ਮੁਤਾਬਿਕ ਕਿੱਥੋਂ ਤੱਕ ਸਹੀ ਹੈ ਤੇ ਕਿੱਥੋਂ ਤੱਕ ਗਲਤ ਹੈ, ਉਹਨਾਂ ਦੀ ਆਪਣੀ ਵਿਚਾਰਧਾਰਾ ਹੈ। ਔਰ ਇੱਕ ਪਾਸੇ ਜੋ ਇਹ ਸਾਰਾ ਪੋਲੀਟੀਕਲ ਸਿਨੈਰੀਓ ਬਣਿਆ ਹੋਇਆ ਹੈ, ਔਰ ਹਮੇਸ਼ਾ ਐਕਸਪਰਟਸ ਇਹੀ ਕਹਿੰਦੇ ਨੇ ਕਿ ਇਸ ਉਦਘਾਟਨ ਨੂੰ ਆਪਣੀਆਂ ਇਲੈਕਸ਼ਨਸ ਵਾਸਤੇ ਇਸਤੇਮਾਲ ਕਰਨਾ ਚਾਹੁੰਦੇ ਹੈ। ਵਿਰੋਧੀ ਧਿਰ ਇਹ ਗੱਲ ਕਹਿ ਰਹੀ ਹੈ, ਜੋ ਰੂਲਿੰਗ ਪਾਰਟੀ ਦਾ ਇਹ ਮਨਸ਼ਾ ਲੱਗਦਾ ਹੈ, ਕਿਉਂਕਿ 17 ਅਪ੍ਰੈਲ ਨੂੰ ਰਾਮ ਜਨਮ ਭੂਮੀ ਦੇ ਉੱਤੇ ਵੀ ਦੁਬਾਰਾ ਉਦਘਾਟਨ ਹੋ ਸਕਦਾ ਸੀ, ਕਿਉਂਕਿ 17 ਅਪ੍ਰੈਲ ਨੂੰ ਰਾਮ ਨੌਮੀ ਹੈ, ਕ੍ਰਿਸ਼ਨ ਰਾਮ ਜੀ ਦਾ ਜਨਮ ਦਿਨ ਹੈ, ਜੋ ਇਹ ਸਾਰੇ ਧਰਮ ਗੁਰੂ ਕਹਿ ਰਹੇ ਨੇ। ਪਰ ਇਹ 22 ਜਨਵਰੀ ਦੀ ਡੇਟ ਕਿਉਂ ਫਿਕਸ ਕੀਤੀ ਗਈ? ਕਿਉਂਕਿ 17 ਅਪ੍ਰੈਲ ਨੂੰ ਅਸੀਂ ਕਹਿੰਦੇ ਹਾਂ ਕਿ ਇਲੈਕਸ਼ਨਸ ਦੇ ਕਰਕੇ ਕੋਡ ਲੱਗ ਜਾਣਾ ਹੈ, ਔਰ ਉਸ ਤੋਂ ਬਾਅਦ ਇਹ ਕੰਮ ਨਹੀਂ ਹੋ ਸਕੇਗਾ ਉਦਘਾਟਨ ਦਾ। ਸੋ ਇਹ ਵਾਕਈ ਕਿ ਪੋਲੀਟੀਕਲ ਹੈ ਸਭ ਕੁਝ, ਜਦਕਿ ਲੋਕਾਂ ਦੀ ਆਸਥਾ ਤਾਂ ਕਿਸੇ ਹੋਰ ਪਾਸੇ ਜਾ ਰਹੀ ਹੈ। ਸੇਖੋਂ ਸਾਹਿਬ, ਦੇਖੋ ਹੁਣ ਸਾਰਾ ਕੁਝ ਪੋਲੀਟੀਕਲ ਹੈ। ਬਾਕੀ ਤੁਹਾਡੀ ਗੱਲ ਮੈਂ ਸਹਿਮਤ ਹੈਗਾ ਕਿ ਲੋਕੀ ਸਵਾਲ ਉਠਾਉਂਦੇ ਆ ਵੀ ਇਹ ਕੰਮ ਜਿਹੜਾ ਹੈਗਾ ਸੀ ਉਹਨਾਂ ਲੋਕਾਂ ਦਾ ਨਹੀਂ ਚਾਹੀਦਾ ਜਿਨ੍ਹਾਂ ਦੇ ਉੱਤੇ ਦਾਗਦਾਰ ਹੈਗੇ ਆ। ਆਪਾਂ ਨੂੰ ਗੋਧਰਾ ਰਾਈਟਸ ਦਾ ਵੀ ਪਤਾ ਹੈਗਾ, ਆਪਾਂ ਨੂੰ ਬਿਲਕਿਸ ਬਾਨੋ ਦਾ ਕੇਸ ਜਿਹੜਾ ਹੋਇਆ ਉਹਦੇ ਵਿੱਚ ਵੀ ਹੈਗਾ, ਆਪਾਂ ਨੂੰ ਜਿਹੜੇ ਹੋਰ ਵੱਡੇ ਵੱਡੇ ਇਹਨਾਂ ਦੇ ਹੈਗੇ ਦੂਸਰੇ ਲੋਕ, ਤਾਕਤਵਰ ਲੋਕ ਆ, ਉਹਨਾਂ ਦੇ ਕਿਰਦਾਰ ਦਾ ਪਤਾ। ਸੋ ਇਹਨਾਂ ਦੇ ਬਾਰੇ ਜਿਹੜੇ ਸਵਾਲ ਹੈਗੇ ਆ ਉਹ ਵਿੱਚੋਂ ਹੀ ਧਰਮ ਗੁਰੂ ਵੀ ਉਠਾ ਰਹੇ ਆ,
ਜਾਂ ਜਿਹੜੇ ਸਾਡੇ ਹੋਰ ਉੱਥੇ ਜਿਹੜੇ ਹੈਗੇ ਸੰਤ ਮਹਾਤਮਾ ਉਹ ਉਠਾ ਰਹੇ ਆ। ਪਰ ਇਸ ਵੇਲੇ ਸਾਰਾ ਕੁਝ ਤਾਕਤ ਦੇ ਜ਼ੋਰ ਨਾਲ ਹੋ ਰਿਹਾ। ਪਰ ਇਹ ਗੱਲ ਬਹੁਤ ਕਲੀਅਰ ਹੈਗੀ ਆ ਕਿ ਇਹ ਮੈਨੂੰ ਲੱਗਦਾ ਕਿ ਕੱਲਾ ਇਹ ਰਾਮ ਜਿਹੜਾ ਇਹਦਾ ਮੁੱਦਾ ਹੈਗਾ ਇਹਨਾਂ ਨੂੰ ਪੋਲੀਟੀਕਲ ਬੇੜੀ ਪਾਰ ਨਹੀਂ ਲਾਊਗਾ, ਇਹ ਇਹਨੂੰ ਰਿਐਕਟ ਹੋਊਗਾ। ਤੁਸੀਂ ਇਹ ਦੇਖੋ ਕਿ 1992 ਦੇ ਵਿੱਚ ਜਦੋਂ ਜਿਹੜੀ ਹੈਗੀ ਸੀ ਇਹ ਬਾਬਰੀ ਮੌਸਕ ਜਿਹੜੀ ਹੈਗੀ ਇਹਨੂੰ ਢਾਇਆ ਗਿਆ ਵਾ, 93 ਤੋਂ ਬਾਅਦ ਬੀਜੇਪੀ ਕਿੱਥੇ ਰਹੀ ਯੂਪੀ ਦੇ ਵਿੱਚ ਪਾਵਰ ਦੇ ਵਿੱਚ, ਜਾਂ ਹੋਰ ਕਿਸੇ ਪਾਸੇ ਵੱਲ ਕਿੱਥੇ ਰਹੀ ਉਹਦੇ ਵਿੱਚੋਂ ਆ ਕੇ। ਸੋ ਮੈਨੂੰ ਲੱਗਦਾ ਕਿ ਇਹ ਠੀਕ ਆ ਕਿ ਹੋਰ ਕੋਈ ਹੈ ਨਹੀਂ ਹੈ, ਬਣਾਉਣਾ ਚਾਹੁੰਦੇ ਆ, ਇਹ ਇਮੇਜ ਦੇਣਾ ਚਾਹੁੰਦੇ ਆ ਕਿ ਦੇਖੋ ਅਸੀਂ ਜਿਹੜਾ ਨਾ ਇਸ ਕਿਸਮ ਦਾ ਜਿਹੜਾ ਇਹ ਲਿਆਉਣਾ ਚਾਹੁੰਦੇ। ਕੀ ਹੋਊਗਾ? ਮੈਂ ਕਹਿੰਦਾ ਵੀ ਠੀਕ ਆ, ਉਹ ਆਸਥਾ ਦਾ ਹੈਗਾ ਮਤਲਬ ਸਾਰੇ ਹਿੰਦੂ ਜਿਹੜੇ ਹੈਗੇ ਆ ਉਹ ਇੱਕੇ ਤੁਸੀਂ ਉਹਨਾਂ ਨੂੰ ਰੱਸੇ ਨਹੀਂ ਲਿਆ ਸਕਦੇ। ਹਿੰਦੂਆਂ 'ਚ ਦਲਿਤ ਭਾਈਚਾਰਾ ਵੀ ਹੈਗਾ, ਦਲਿਤ ਭਾਈਚਾਰੇ ਨਾਲ ਕੀ ਕਿਰਦਾਰ ਹੈਗਾ। ਹਿੰਦੂਆਂ ਦੇ 'ਚ ਉਹ ਲੋਕ ਵੀ ਹੈਗੇ ਜਿਹੜੇ ਨੌਨ ਬਲੀਵਰ ਵੀ ਹੈਗੇ ਆ। ਹਿੰਦੂਆਂ 'ਚ ਉਹ ਲੋਕ ਵੀ ਹੈਗੇ ਜਿਹੜੇ ਕਹਿੰਦੇ ਵੀ ਧਰਮ ਨੂੰ ਵੱਖਰਾ ਰੱਖੋ, ਰਾਜਨੀਤੀ ਵੱਖਰੀ ਹੋਣੀ ਚਾਹੀਦੀ। ਹਿੰਦੂਆਂ 'ਚ ਉਹ ਲੋਕ ਵੀ ਹੈਗੇ ਕਿ ਜਿਹੜੀ ਸੰਵਿਧਾਨਕ ਦੀ ਸਰਬ ਉੱਚਤਾ ਚਾਹੀਦੀ ਆ, ਪਰ ਇਹ ਬੁਲਡੋਜ਼ ਕਰ ਰਹੇ ਆ, ਇਹ ਚੁੱਪ ਕੀਤੇ ਜਿਹੜਾ ਹੈਗਾ, ਹੋਰ ਕੋਈ ਬੋਲਦਾ ਨਹੀਂ ਹੈ। ਮੈਨੂੰ ਲੱਗਦਾ ਕਿ ਇਹਦਾ ਡਿਵੀਡੈਂਡ ਜਿੱਦਾਂ ਇਹ ਲੈਣਾ ਚਾਹੁੰਦੇ ਉਹ ਨਹੀਂ ਮਿਲੂਗਾ। ਔਰ ਤੁਸੀਂ ਦੇਖੋ 22 ਤਰੀਕ ਤੋਂ ਬਾਅਦ ਕੀ ਹੋਊਗਾ, ਕੀ ਏਜੰਡਾ ਰਹਿ ਜਾਊਗਾ। ਪਿਛਲੀ ਵਾਰੀ ਵੀ ਜੇ ਪੁਲਵਾਮਾ ਦਾ ਉਹ ਅਨਫੋਰਚੂਨੇਟ ਇਨਸੀਡੈਂਟ ਨਾ ਹੋਇਆ ਹੁੰਦਾ ਤੇ ਬੀਜੇਪੀ ਕਿਸੇ ਵੀ ਕਾਰਨ ਕਰਕੇ 200 ਸੀਟਾਂ ਪਾਰ ਨਹੀਂ ਸੀ ਕਰਦੀ। ਹੁਣ ਮੁੱਦੇ ਇਹਦੇ ਨਾਲ ਇੱਕ ਮੁੱਦਾ ਇਹ ਲਾ ਗਿਆ, 22 ਤਰੀਕ ਤੱਕ ਦੁਨੀਆ ਦਾ ਜਾਂ ਦੇਸ਼ ਦੇ ਸਾਰੇ ਲੋਕਾਂ ਦਾ ਧਿਆਨ ਜਿਹੜਾ ਹੈਗਾ ਉਸ ਪਾਸੇ ਲੱਗ ਗਿਆ। ਜਿੱਥੇ ਮਹਿੰਗਾਈ ਡਿਸਕਸ ਹੋਣੀ ਚਾਹੀਦੀ ਸੀ, ਜਿੱਥੇ ਨਿਆਂ ਯਾਤਰਾ ਡਿਸਕਸ ਹੋਣੀ ਚਾਹੀਦੀ ਸੀ, ਜਿੱਥੇ ਬੀਜੇਪੀ ਦੀ ਜਿਹੜੀ ਹਾਰ ਕੱਲ ਰਾਜਸਥਾਨ ਦੇ ਵਿੱਚ ਹੋਈ ਆ, ਜਿਹਨਾਂ ਨੇ ਮੰਤਰੀ ਬਣਾਤਾ ਸੀਗਾ, ਉਹ ਡਿਸਕਸ ਹੋਣੀ ਚਾਹੀਦੀ ਸੀਗੀ। ਜਿੱਥੇ ਖਾਸ ਕਰਕੇ ਕਿਸਾਨੀ ਡਿਸਕਸ ਹੋਣੀ ਚਾਹੀਦੀ ਸੀਗੀ, ਜਿੱਥੇ ਇਹਨਾਂ ਦੇ ਸਵਾਲ ਕਰਨੇ ਚਾਹੀਦੇ ਸੀ, ਕਿਉਂਕਿ ਇਹ ਮਗਰਲੇ ਦਿਨ ਹੈਗੇ ਆ ਸਰਕਾਰ ਦੇ, 3-4 ਮਹੀਨੇ ਰਹਿੰਦੇ ਆ। ਜਿਹੜਾ ਇਹਨਾਂ ਨੇ ਮੈਨੀਫੈਸਟੋ ਲਿਆਂਦਾ ਸੀ ਉਹ ਅੱਗੇ ਹੋਣਾ ਚਾਹੀਦਾ ਸੀਗਾ। ਗਰੀਬੀ ਦਾ ਬਾਰੇ ਸਵਾਲ ਹੋਣਾ ਚਾਹੀਦਾ ਸੀਗਾ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਇਹ ਡਿਵਰਟ ਕਰ ਰਹੇ ਆ, ਮੋਬਿਲਾਈਜ਼ੇਸ਼ਨ ਕਰਨਗੇ, ਸਰਕਾਰੀ ਮੋਬਿਲਾਈਜ਼ੇਸ਼ਨ। ਕਦੀ ਸਰਕਾਰੀ ਤੌਰ ਦੇ ਉੱਤੇ ਧਰਮ ਨੂੰ ਤੁਸੀਂ ਬਹੁਤ ਲੰਮਾ ਸਮਾਂ ਨਹੀਂ ਚਲਾ ਸਕਦੇ। ਇਸ ਦੇਸ਼ ਦੀ ਬਹੁਤ ਵੱਡੀ ਸੰਸਕ੍ਰਿਤੀ ਹੈ, ਇਸ ਦੇਸ਼ ਦਾ ਬਹੁਤ ਵੱਡਾ ਇਤਿਹਾਸ ਹੈਗਾ ਵਾ। ਜਿਸ ਕਿਸੇ ਨੇ ਵੀ ਰਾਜਨੀਤਿਕ ਲੀਡਰ ਨੇ ਜਾਂ ਰਾਜਨੀਤਿਕ ਤਾਕਤ ਨੇ ਧਰਮ ਨੂੰ ਆਪਣੀ ਰਾਜਨੀਤਿਕ ਸ਼ਕਤੀ ਦੇ ਨਾਲ ਅਪਰੋਪਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੋਕਾਂ ਨੇ ਉਹਨੂੰ ਉਸ ਕਿਸਮ ਦਾ ਰਿਸਪੌਂਸ ਨਹੀਂ ਦਿੱਤਾ। ਸੋ ਮੇਰਾ ਕਹਿਣ ਤੋਂ ਭਾਵ ਇਹ ਕਰ ਰਹੇ ਆ ਕਿਉਂਕਿ ਏਜੰਡਾ ਕੋਈ ਨਹੀਂ ਹੈ। ਉਹਨਾਂ ਨੂੰ ਲੱਗਦਾ ਕਿ ਲੋਕਾਂ ਨੂੰ ਬੁਲਡੋਜ਼ ਕਰਨ ਦਾ ਇੱਕੋ ਇੱਕ ਤਰੀਕਾ ਹੈਗਾ, ਇਹਦੇ ਉੱਤੇ ਕੋਈ ਬੋਲ ਨਹੀਂ ਸਕਦਾ ਕਿਉਂਕਿ ਆਸਥਾ ਦਾ ਸਵਾਲ ਆ। ਇਹ ਵੀ ਗੱਲ ਹੈਗੀ ਆ ਕਿ ਲੋਕਾਂ ਨੇ ਜਗ੍ਹਾ ਬਾਰੇ ਵੀ ਸਵਾਲ ਚੁੱਕੇ ਆ। ਇਹ ਵੀ ਗੱਲ ਹੈਗੀ ਆ ਕਿ ਜੇ ਤੁਹਾਡੇ ਇੰਨੇ ਤੁਸੀਂ ਧਾਰਮਿਕ ਹੈਗੇ ਹੋ ਤੇ ਤੁਹਾਡੇ ਇੱਦਾਂ ਦੇ ਵਿਚਾਰ ਨਹੀਂ ਹੋ ਸਕਦੇ। ਸੋ ਮੇਰਾ ਕਹਿਣ ਤੋਂ ਭਾਵ ਹੈ ਤੁਸੀਂ ਅਯੁੱਧਿਆ ਦੀ ਅਸੈਂਬਲੀ ਕਾਨਸਟੀਟੂਐਂਸੀ ਜਾਂ ਅਯੁੱਧਿਆ ਦੀ ਪਾਰਲੀਮੈਂਟ ਨੂੰ ਦੇਖ ਲਓ, ਕਿੰਨੀ ਕੁ ਵਾਰੀ ਬੀਜੇਪੀ ਉੱਥੇ ਕਾਮਯਾਬ ਹੋਈ ਹੈ। ਉੱਥੇ ਕਾਂਗਰਸ ਰਹੀ ਆ, ਉੱਥੇ ਸਮਾਜਵਾਦੀ ਪਾਰਟੀ ਵੀ ਰਹੀ ਆ, ਉੱਥੇ BSP ਵੀ ਰਹੀ ਆ। ਉੱਥੇ ਜਿਹੜੀ ਖਾਸ ਕਰਕੇ ਬੀਜੇਪੀ ਦਾ ਤਾਂ ਬਹੁਤ ਘੱਟ ਜਿਹੜਾ ਉਹਦੇ ਵਿੱਚੋਂ ਲੋਕੀ ਉਹਨਾਂ ਨੂੰ ਜਿਤਾਉਂਦੇ ਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਇਹਨਾਂ ਦਾ ਏਜੰਡਾ ਹੈਗਾ ਵਾ, ਇਹ ਕਰਨ ਏਜੰਡਾ, ਕਿਉਂਕਿ ਹੈ ਕੁਛ ਨਹੀਂ ਹੈ। ਜਿਹੜੇ ਵਾਅਦੇ ਕੀਤੇ ਸੀਗੇ ਜਾਂ ਜਿਹੜੇ ਪ੍ਰੋਮਿਸਿਸ ਕੀਤੇ ਸੀਗੇ ਜਾਂ ਵੱਡੇ ਸਵਾਲ ਜਿਹੜੇ ਹੈਗੇ ਆ, ਵੱਡੇ ਵੱਡੇ ਭਗੌੜਿਆਂ ਦੇ ਸਵਾਲ ਹੈਗੇ ਆ, ਜਾਂ ਜਿਸ ਤਰੀਕੇ ਨਾਲ ਬਿਲਕਿਸ ਬਾਨੋ ਦਾ ਕੇਸ ਉਹਦੇ ਵਿੱਚੋਂ ਆ ਗਿਆ, ਜਿਸ ਤਰੀਕੇ ਦੇ ਨਾਲ ਸੰਸਥਾ ਨੂੰ ਬੁਲਡੋਜ਼ ਕਰ ਜਿੱਦਾਂ ਕਾਨੂੰਨ ਪਾਸ ਹੁੰਦੇ ਆ। ਤੁਸੀਂ ਦੇਖੋ ਨਾ, ਟਰੱਕਾਂ ਵਾਲੇ ਦੇ ਕਾਨੂੰਨ ਪਾਸ ਹੋਏ ਔਰ ਤੁਸੀਂ ਕਿਸੇ ਸਾਰੀ ਆਪੋਜੀਸ਼ਨ ਬਾਹਰ ਬੈਠੀ ਆ, ਕਿਸਾਨਾਂ ਦੇ ਕਾਨੂੰਨ ਪਾਰ ਹੋਏ ਬਾਹਰ ਬੈਠੇ। ਚੰਗੀ ਗੱਲ, ਬਹੁਤ ਇੰਟਰਸਟਿੰਗ ਗੱਲ ਆ ਕਿ ਇਹਨਾਂ ਸਾਰਿਆਂ ਦਾ ਇਹਨੂੰ ਬੁਲਡੋਜ਼ ਕਰਨ ਵਾਸਤੇ ਜੇ ਕਿਸਾਨ ਤੇ ਡਰਾਈਵਰ ਭਾਈਚਾਰਾ ਇਕੱਠੇ ਹੋ ਜਾਣਾ ਤੇ ਇਹਨਾਂ ਦੀ ਬੇੜੀ ਤੇ ਵੈਸੇ ਵੱਟੇ ਪੈ ਸਕਦੇ ਆ। ਔਰ ਕੁਆਇਟ ਲਾਈਕਲੀ, ਕੁਆਇਟ ਪੋਸੀਬਲ, ਕਿਉਂਕਿ ਜਿਸ ਤਰੀਕੇ ਦੇ ਨਾਲ ਖਾਸ ਕਰਕੇ ਡਰਾਈਵਰ ਭਾਈਚਾਰੇ ਨੇ ਜਾਂ ਜਿਸ ਤਰੀਕੇ ਨਾਲ ਜਿਹੜੇ ਮੋਟਰ ਵਹੀਕਲ ਬਣੇ ਸੀ ਉਹਨੂੰ ਰਜਿਸਟ ਕੀਤਾ, 3-4 ਘੰਟਿਆਂ ਦੇ ਵਿੱਚ 2 ਦਿਨਾਂ ਤੋਂ ਘੱਟ ਹੀ ਸਰਕਾਰ ਦੇ ਗੋਡੇ ਲਵਾਤੇ ਤੇ ਉਹਦੇ ਵਿੱਚ ਕਿਤੇ ਧਰਮ ਨਹੀਂ ਆਇਆ। ਉਹਦੇ ਵਿੱਚੋਂ ਕੋਈ ਇਹ ਦੂਸਰਾ ਰਾਮ ਟੈਂਪਲ ਦੀ ਗੱਲ ਨਹੀਂ ਆਈ। ਉਹ 'ਚ ਮੁੱਦਾ ਹੀ ਇਹ ਹੈ ਕਿ ਸਾਡੀ ਰੋਟੀ ਰੋਜੀ ਦਾ ਮੁੱਦਾ। ਕਹਿਣ ਤੋਂ ਭਾਵ ਹੈਗਾ ਧਰਮ ਠੀਕ ਆ, ਤੁਹਾਡੀ ਆਸਥਾ ਦਾ ਸਵਾਲ ਹੈ। ਧਰਮ ਠੀਕ ਹੈ, ਤੁਸੀਂ ਮੰਨਣਾ ਹੈ ਨਹੀਂ ਮੰਨਣਾ ਤੁਹਾਡੀ ਮਰਜ਼ੀ ਹੈ। ਤੁਸੀਂ ਆਪਣਾ ਧਰਮ ਚੇਂਜ ਵੀ ਕਰ ਸਕਦੇ ਜੋ B.R. ਅੰਬੇਦਕਰ ਸਾਹਿਬ ਨੇ ਕੀਤਾ ਸੀ, ਕੋਈ ਵੀ ਕਰ ਸਕਦਾ। ਇੱਥੇ ਸਾਡੇ ਹੁਣ ਕ੍ਰਿਸਚੀਅਨ ਬਣ ਰਹੇ ਆ, ਕ੍ਰਿਸਚੀਅਨ ਸਿੱਖ ਬਣ ਸਕਦੇ ਆ, ਹਿੰਦੂ ਜਿਹੜੇ ਹੈਗੇ ਉਹ ਮੁਸਲਮਾਨ ਬਣ ਸਕਦੇ ਆ, ਮੁਸਲਮਾਨ ਕੁਛ ਵੀ ਬਣ ਸਕਦੇ ਆ। ਸੋ ਇਸ ਤਰੀਕੇ ਦੇ ਨਾਲ ਤਾਕਤ ਦੇ ਜ਼ੋਰ ਦੇ ਨਾਲ ਲੋਕਾਂ ਦੀ ਧੌਣ ਤੇ ਗੋਡਾ ਰੱਖ ਕੇ ਤੁਸੀਂ ਰਾਮ ਦਾ ਜਿਹੜਾ ਹੈਗਾ ਉਹਨਾਂ ਕੋਲ ਜਿਹੜਾ ਸ਼ੁਰੂ ਕਰ ਰਹੇ। ਮੈਨੂੰ ਲੱਗਦਾ ਵੀ ਇਹ ਅਲਟੀਮੇਟਲੀ ਇਲੈਕਸ਼ਨ ਦੇ ਵਿੱਚ ਇਹ ਜਿਸ ਕਿਸਮ ਦੇ ਡਿਵੀਡੈਂਡ ਚਾਹੁੰਦੇ ਆ ਉਹ ਨਹੀਂ ਹੋਊਗਾ ਔਰ ਕੁਆਇਟ ਲਾਈਕਲੀ ਕਿ ਬੈਕਫਾਇਰ ਵੀ ਕਰ ਦੇਵੇ। ਜੀ ਬਿਲਕੁਲ, ਜੋ ਧਰਮ ਗੁਰੂ ਨੇ ਉਹੀ ਗੱਲ ਕਹਿ ਰਹੇ ਨੇ ਕਿ ਰਾਜਨੀਤੀ ਤੇ ਧਰਮ ਦਾ ਕੋਈ ਮੇਲ ਨਹੀਂ ਹੈਗਾ, ਕਿਉਂਕਿ ਧਰਮ ਹਮੇਸ਼ਾ ਉੱਤੇ ਰਹਿੰਦਾ ਹੈ, ਰਾਜਨੀਤੀ ਥੱਲੇ ਰਹਿੰਦੀ ਹੈ। ਔਰ ਜੋ ਵੀ ਕੰਮ ਧਰਮ ਦੇ ਹੋਣੇ ਚਾਹੀਦੇ ਨੇ ਉਹ ਹਮੇਸ਼ਾ ਜੋ ਧਰਮ ਗੁਰੂ ਨੇ ਉਹ ਦੱਸਣਗੇ, ਜੋ ਵੇਦਾਂ ਸ਼ਾਸਤਰਾਂ ਦੇ ਮੁਤਾਬਿਕ ਉੱਦਾਂ ਹੀ ਹੋਣੇ ਚਾਹੀਦੇ ਨੇ।
ਖੈਰ ਇਹ ਸਾਰਾ ਮਾਹੌਲ ਬਣਿਆ ਹੋਇਆ ਹੈ ਔਰ ਇੱਕ ਮਾਹੌਲ ਜੋ ਲੋਕ ਲਹਿਰ ਦੀ ਤੁਸੀਂ ਗੱਲ ਕਰਦੇ ਹੋ, ਲੋਕ ਲਹਿਰ ਬਣਨ ਦੀ ਤਿਆਰੀ ਵਿੱਚ ਹੈ। ਜੋ ਇਹ EVM ਮਸ਼ੀਨਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਕੁਝ ਵਕੀਲਾਂ ਨੇ ਇਹ ਇੱਕ ਨਵੀਂ ਮੁਹਿੰਮ ਵਿੱਢੀ ਆ ਤੇ ਇਹ ਹਜੇ ਤੱਕ ਤਾਂ ਲੋਕਾਂ ਦਾ ਇੰਨਾ ਸਹਿਯੋਗ ਨਹੀਂ ਹੈ। ਕਿਤੇ ਕਿਤੇ ਗੱਲਬਾਤ ਹੋ ਰਹੀ ਹੈ ਔਰ ਇਲੈਕਸ਼ਨਸ ਬਿਲਕੁਲ ਸਿਰ 'ਤੇ ਨੇ। ਤੁਹਾਨੂੰ ਲੱਗਦਾ ਹੈ ਕਿ ਇਹ ਲੋਕ ਲਹਿਰ ਬਣ ਸਕਦੀ ਹੈ ਔਰ ਇਸ ਤਰ੍ਹਾਂ ਕਾਮਯਾਬੀ ਮਿਲ ਸਕਦੀ ਹੈ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਕਿ 2024 ਦੀਆਂ ਇਲੈਕਸ਼ਨਸ ਬੈਲਟ ਪੇਪਰ ਨਾਲ ਹੋਣ? EVM ਮਸ਼ੀਨਾਂ ਸ਼ੱਕ ਦੇ ਘੇਰੇ 'ਚ ਨੇ ਸੇਖੋਂ ਸਾਹਿਬ? ਨਹੀਂ, ਸ਼ੱਕ ਦਾ ਘੇਰਾ ਤਾਂ ਉਦੋਂ ਹੀ ਹੋ ਗਿਆ ਜਦੋਂ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਹੈਗੇ ਜਾਂ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਿਹੜੇ ਲੋਕਾਂ ਨੂੰ ਲਾਉਣਾ ਹੈਗਾ ਉਹਨਾਂ ਦੀ ਸਿਲੈਕਸ਼ਨ ਵਾਸਤੇ ਇੱਕ ਚੀਫ ਜਸਟਿਸ ਆਫ ਇੰਡੀਆ ਹੋਣਾ ਚਾਹੀਦਾ ਹੈ। ਜਦੋਂ ਉਹਨਾਂ ਨੇ ਉਸ ਫੈਸਲੇ ਨੂੰ ਪਲਟਿਆ ਤੇ ਕਿੰਤੂ ਪਰੰਤੂ ਤਾਂ ਉਸ ਦਿਨ ਤੋਂ ਸ਼ੱਕ ਤਾਂ ਉਦੋਂ ਹੀ ਪੈਣੇ ਸ਼ੁਰੂ ਹੋ ਗਏ। ਚੰਗੀ ਗੱਲ ਹੈ ਕਿ ਮੁੱਦਾ ਬਣਿਆ ਔਰ ਇਹ ਮੁੱਦਾ ਬਣਨ ਦੇ ਨਾਲ ਜਿਹੜਾ ਇਹ ਗੱਲ ਬੈਕਫਾਇਰ ਕਰਦਾ। ਇਹ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਅਸ਼ੋਕਾ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਇਹ 'ਤੇ ਸਟੱਡੀ ਵੀ ਕੀਤੀ ਜਿਹਦੀ ਵਜ੍ਹਾ ਕਰਕੇ ਉਹਨੂੰ ਜਿਹੜੀ ਸੀ ਨੌਕਰੀ ਛੱਡਣੀ ਪੈ ਗਈ ਸੀ, ਜਿੱਥੇ ਉਹਨੇ ਕਿਹਾ ਸੀਗਾ ਕਿ ਜਿੱਥੇ ਮਾਰਜਨ ਬਹੁਤ ਘੱਟ ਹੁੰਦਾ ਵਾ ਔਰ ਵਿਕਟਰੀ ਦਾ ਜਿਹੜਾ ਹੈਗਾ ਸੀ ਉੱਥੇ ਬਹੁਤ ਪੋਸੀਬਿਲਿਟੀ ਮੈਨੀਪੂਲੇਸ਼ਨ ਦੀ ਹੋ ਜਾਂਦੀ ਆ ਔਰ ਹੋ ਸਕਦੀ ਆ। EVM ਕੋਈ ਗੋਡ ਗਿਫਟਡ ਤਾਂ ਹੈ ਨਹੀਂ ਗਿਆ, EVM ਤਾਂ ਮੈਨ ਮੇਡ ਆ। ਜਦੋਂ ਇਹ ਸਰਕਾਰ ਜੇ ਬਿਲਕਿਸ ਬਾਨੋ ਦੇ ਇਸ ਕਿਸਮ ਦੇ ਘਿਨਾਉਣੇ ਜਿਹੜੇ ਕੰਮ ਕਰਨ ਜਿਹੜਾ ਕੀਤਾ ਸੀ ਉਹਨਾਂ ਨੂੰ ਇਹ ਛੱਡ ਸਕਦੀ ਆ ਤੇ EVM ਨੂੰ ਟੈਂਪਰ ਕਰਨਾ ਇਹਨਾਂ ਵਾਸਤੇ ਤੇ ਬਹੁਤ ਮਾਮੂਲੀ ਗੱਲ ਆ। ਇਹਨਾਂ ਲਈ ਕੋਈ ਬਹੁਤ ਵੱਡਾ ਇਹਦੇ ਵਿੱਚ ਨੈਤਿਕਤਾ ਦਾ ਸਵਾਲ ਨਹੀਂ ਹੈਗਾ। ਕਿਉਂਕਿ ਇਹ ਸਵਾਲ ਉੱਠਿਆ, ਮੈਂ ਪਰਸਨਲੀ ਅਜੇ ਵੀ ਇਸ ਗੱਲ ਦੇ ਹੱਕ ਦੇ ਵਿੱਚ ਹਾਂ ਵੀ ਕੱਲੀ EVM ਨਹੀਂ ਹੈ ਜਿੱਥੇ ਹਾਰ ਜਿੱਤ ਦਾ ਫੈਸਲਾ ਹੁੰਦਾ ਵਾ। ਇਹ ਤੋਂ ਅਗਲੇ ਪਾਸੇ ਵੱਲ ਹੋਰ ਵੀ ਬਹੁਤ ਕੁਝ ਹੈਗਾ ਵਾ, ਕਿਉਂਕਿ ਜਿਸ ਕਿਸਮ ਦੀ ਆਪੋਜੀਸ਼ਨ ਪਾਰਟੀ ਦੀ ਡਿਵੀਜ਼ਨ ਹੈਗੀ ਆ, ਜਿਸ ਕਿਸਮ ਦੀ ਆਪੋਜੀਸ਼ਨ ਪਾਰਟੀ ਤੇ ਹਫੜਾ ਦਫੜੀ ਆ, ਜਾਂ ਜਿਸ ਕਿਸਮ ਦਾ ਆਪੋਜੀਸ਼ਨ ਦਾ ਜਿਹੜਾ ਪਾਰਟੀਆਂ ਦਾ ਸਟਰਕਚਰ ਵਾ ਉਹ ਕਮਜ਼ੋਰ ਹੈਗਾ, ਲੋਕੀ ਵਾਇਬਲ ਆਲਟਰਨੇਟਿਵ ਲੱਭਦੇ ਆ, ਲੋਕੀ ਪੋਲੀਟੀਕਲ ਸਟੇਬਿਲਿਟੀ ਦੀ ਗੱਲ ਕਰਦੇ ਆ। ਪਰ ਕਿਉਂਕਿ ਇਹ ਸਵਾਲ ਉਠਾਇਆ ਗਿਆ, ਇਹ ਵਕੀਲਾਂ ਨੇ ਉਠਾਇਆ ਗਿਆ, ਹਾਂ ਇਹ 'ਚ ਇੱਕ ਹੋਰ ਤਰੀਕਾ ਹੋਰ ਨਿਕਲ ਸਕਦਾ ਕਿ ਜਿਹੜਾ VVPAT ਨਿਕਲਦਾ ਹੈ ਉਹ ਜਿਹੜਾ ਸੀ ਜਿਹੜਾ ਵਿਅਕਤੀ ਵੋਟ ਪਾਉਂਦਾ ਹੈਗਾ ਵਾ ਉਹਨੂੰ ਵਿਖਾ ਕੇ ਜਿਹੜਾ ਹੈਗਾ ਵਾ ਉਹ ਫਿਰ ਆਪਣੇ ਹੱਥ ਦੇ ਨਾਲ ਉਹਦੇ ਉੱਤੇ ਵੀ ਟਿਕ ਕਰਕੇ ਜਿਹੜਾ ਉਹਨੂੰ ਬਾਕਸ ਦੇ ਵਿੱਚ ਪਾਵੇ। ਇੱਕ ਪਾਸੇ ਤੁਸੀਂ ਸਾਰੀਆਂ, ਕਿਉਂਕਿ ਪੂਰਾ ਜਿਹੜਾ ਜਦੋਂ ਕਾਊਂਟਿੰਗ ਕਰਦੇ ਆ VVPAT ਦੀ ਉਹ ਕੁਝ ਪਰਸੈਂਟੇਜ ਦੀ ਕਾਊਂਟਿੰਗ ਕਰਦੇ ਆ ਸਿਲੈਕਟਿਵ ਕਾਂਸਟੀਟਿਊਂਸੀ ਦੇ ਵਿੱਚ। ਤੇ ਮੇਰਾ ਕਹਿਣ ਤੋਂ ਭਾਵ ਇਹ ਹੈਗਾ ਵਾ ਕਿ ਤੁਸੀਂ ਪੂਰੇ ਦਾ ਪੂਰਾ ਰੈਕਡ ਰੱਖੋ, ਬੈਲਟ ਪੇਪਰ ਪਾਉਣ ਦੀ ਲੋੜ ਨਹੀਂ ਹੈ। ਜਿਹੜਾ VVPAT ਬਣਦਾ ਤੁਹਾਡਾ ਉਹਦੇ ਉੱਤੇ ਹੀ ਜਿਹੜਾ ਵਿਅਕਤੀ ਵੋਟ ਪਾਉਂਦਾ, ਮੰਨ ਲਓ ਮੈਂ ਵੋਟ ਪਾਈ ਆ, ਉਹ ਉੱਥੇ ਮਸ਼ੀਨ ਬਣੀ ਹੋਵੇ ਕਿ ਉਹ ਮੇਰੇ ਹੱਥ ਦੇ ਵਿੱਚ ਆ ਜੇ ਕਿ ਪਤਾ ਲੱਗ ਜਾਏ ਕਿ ਮੈਂ ਇਹਨੂੰ ਵੋਟ ਪਾਈ ਆ, ਮੈਂ ਉਹਦੇ ਉੱਤੇ ਟਿਕ ਕਰਕੇ ਜਿਹੜਾ ਬਕਸਾ ਉੱਥੇ ਰੱਖਿਆ ਹੋਵੇ ਉਹਦੇ ਵਿੱਚ ਪਾ ਦੇਵਾਂ। ਇਹ ਇੱਕ ਹੱਲ ਲੱਭ ਸਕਦਾ। ਹਾਂ ਇਹ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਜਿਹੜੀ ਮੌਜੂਦਾ ਸਰਕਾਰ ਹੈਗੀ ਆ, ਇਹ ਦੇਸ਼ ਬੰਗਲਾਦੇਸ਼ ਨਹੀਂ ਹੈ, ਇਹ ਦੇਸ਼ ਪਾਕਿਸਤਾਨ ਨਹੀਂ ਹੈ, ਇਹ ਦੇਸ਼ ਜਿਹੜਾ ਹੈਗਾ ਵਾ ਉਹ ਜਿਹੜਾ ਬਨਾਨਾ ਜਿਹੜੇ ਹੈਗੇ ਰਿਪਬਲਿਕ ਨਹੀਂ ਹੈ, ਇਹ ਦੇਸ਼ ਹਿੰਦੁਸਤਾਨ ਵਾ। ਇੱਥੇ ਰਜਿਸਟੈਂਸ ਬਹੁਤ ਆ। ਤੁਸੀਂ ਦੇਖਿਆ ਹੋਣਾ ਕਿ ਜਿਸ ਤਰੀਕੇ ਦੇ ਨਾਲ ਦਹੀਂ ਦੀ ਰਜਿਸਟੈਂਸ ਹੋਈ ਸੀਗੀ ਜਾਂ ਜਿਸ ਤਰੀਕੇ ਨਾਲ ਸਾਊਥ ਵਾਲਿਆਂ ਨੇ ਹਮੇਸ਼ਾ ਜਿਹੜੀ ਹਿੰਦੀ ਹਾਰਟਲੈਂਡ ਦੀ ਡੋਮੀਨੈਂਸ ਨੂੰ ਚੈਲੰਜ ਕਰਦੇ ਆ, ਜਿਸ ਤਰੀਕੇ ਨਾਲ ਕਿਸਾਨਾਂ ਨੇ ਇਸ ਦੇਸ਼ ਦੇ ਵਿੱਚ ਜਿਹੜੀ ਕਾਨੂੰਨ ਬਣਾਉਣ ਦੀ ਵਿਵਸਥਾ ਨੂੰ ਚੈਲੰਜ ਕੀਤਾ ਤੇ ਹੁਣ ਡਰਾਈਵਰਾਂ ਨੇ ਕੀਤਾ, ਟਰੱਕ ਡਰਾਈਵਰਸ ਨੇ ਜਿਹੜੇ ਆਪਾਂ ਕਿ ਬਹੁਤ ਜ਼ਿਆਦਾ ਆਰਗੇਨਾਈਜ਼ ਨਹੀਂ ਆ, ਉਹ ਲਿਟਰੇਟ ਨਹੀਂ ਹੈ, ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਕਿਸ ਤਰੀਕੇ ਦੇ ਨਾਲ, ਕਿਉਂਕਿ ਇਹ ਸਰਕਾਰ ਹਮੇਸ਼ਾ ਲੈਂਗੁਏਜ ਜਿਹੜੀ ਹੈਗੀ ਆ ਪਿਆਰ ਦੀ ਨਹੀਂ ਸਮਝਦੀ। ਇਹ ਲੈਂਗੁਏਜ ਜਿਹੜੀ ਹੁੰਦੀ ਆ ਡੈਮੋਕ੍ਰੈਟਿਕ ਰਜਿਸਟੈਂਸ ਦੀ। ਜਿੱਦਾਂ ਟਰੱਕਾਂ ਵਾਲਿਆਂ ਨੇ ਕਿਹਾ ਸੀ ਟਰੱਕ ਨਹੀਂ ਚਲਾਉਣੇ, 80% ਇਸ ਦੇਸ਼ ਦਾ ਵਪਾਰ ਜਿਹੜਾ ਹੈਗਾ ਉਹ ਟਰੱਕਾਂ ਦੇ ਥਰੂ ਜਾਂਦਾ ਵਾ। ਇਹਦੇ ਨਾਲ ਨਾਲ ਰੇਲਵੇ ਵੀ ਹੈਗੇ ਆ, ਰੇਲਵੇ ਚਲਾਉਣ ਵਾਲੇ ਵੀ ਕੱਲ੍ਹ ਨੂੰ ਸੜਕ 'ਤੇ ਆ ਸਕਦੇ ਆ, ਕਿਉਂਕਿ ਉਹਨਾਂ ਦੇ ਵੀ ਹਿਊਮਨ ਰਾਈਟਸ ਦੇ ਉੱਤੇ, ਉਹਨਾਂ ਦੀ ਸਰਵਿਸ ਕੰਡੀਸ਼ਨ ਦੇ ਉੱਤੇ ਤਾਂ ਸੱਟ ਵੱਜ ਹੀ ਰਹੀ ਹੈ ਨਾ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜਦੋਂ EVM ਮੁੱਦਾ ਬਣਦਾ ਵਾ, ਇਹਦੇ ਨਾਲ ਬਹੁਤ ਸਾਰੇ ਸ਼ੰਕੇ ਖੜੇ ਹੁੰਦੇ, ਸਰਕਾਰ ਬੈਕਫੁੱਟ ਤੇ ਜਾਂਦੀ ਆ। ਡਿਪੈਂਡ ਇਹ ਕਰਦਾ ਹੈ ਕਿ ਪੋਲੀਟੀਕਲ ਪਾਰਟੀਆਂ ਦੇ ਨਾਲ ਨਾਲ ਜਿਹੜੇ ਖਾਸ ਕਰਕੇ ਵਕੀਲ ਭਾਈਚਾਰੇ ਨੇ ਇਹ ਰੇਜ਼ ਕੀਤਾ ਮੁੱਦਾ, ਹੋਰ ਜਥੇਬੰਦੀਆਂ ਵੀ। ਤੁਸੀਂ ਦੇਖੋਗੇ ਕਿਸਾਨਾਂ ਨੇ ਟਰੱਕ ਡਰਾਈਵਰਾਂ ਨੂੰ ਸਪੋਰਟ ਦੇ ਦਿੱਤੀ ਆ, ਜਦੋਂ ਕਿਸਾਨ ਸਟ੍ਰਾਈਕ ਦੇ ਉੱਤੇ ਸੀ, ਟਰੱਕ ਡਰਾਈਵਰਾਂ ਨੇ ਉਹਨਾਂ ਨੂੰ ਉਸ ਕਿਸਮ ਦੀ ਸਪੋਰਟ ਨਹੀਂ ਦਿੱਤੀ। ਜੇ ਇੱਦਾਂ ਦਾ ਕੋਈ ਵਰਕਰ ਫਰੰਟ ਬਣਦਾ ਹੈ ਜਾਂ ਇੱਦਾਂ ਦਾ ਤਾਲਮੇਲ ਬਣਦਾ ਹੈ ਤੇ ਮੈਨੂੰ ਲੱਗਦਾ ਵੀ ਇਹ ਸਰਕਾਰ ਤੇ ਕੀ ਇਹਦਾ ਜਿਹੜਾ ਕੋਈ ਵੀ ਜਿਹੜਾ ਨਹੀਂ ਬਚਾ ਸਕਦਾ। ਔਰ ਅਸੀਂ ਚਾਹੁੰਦੇ ਹਾਂ ਕਿ 2024 ਦੇ ਵਿੱਚ ਇੱਕ ਨਵਾਂ ਰਿਪਬਲਿਕ ਸ਼ੁਰੂ ਹੋਵੇ। ਜਿਹੜਾ ਰਿਪਬਲਿਕ 1950 ਸ਼ੁਰੂ ਹੋਇਆ ਸੀਗਾ ਉਹਨੂੰ ਹੋਰ ਤਕੜਾ ਕੀਤਾ ਜਾਵੇ, ਨਾ ਕਿ ਉਹ ਰਿਪਬਲਿਕ ਜਿਹੜਾ ਇਹਨਾਂ ਨੇ 2014 'ਚ ਕੀਤਾ ਸੀ, ਜਿਹਦਾ ਬੇਸਿਕ ਥੀਮ ਸੀਗਾ ਕਿ ਮੈਂ ਸੰਸਥਾ ਨੂੰ ਡਿਸਮੈਂਟਲ ਕਰਕੇ ਇੱਕ ਉਹ ਵਿਧਾਨ, ਇੱਕ ਉਹ ਸੰਵਿਧਾਨ, ਇੱਕ ਉਹ ਵਿਚਾਰ ਲਿਆਉਣਾ ਹੈ ਜਿਹੜਾ ਬਹੁਲਤਾ ਵਾਲਾ ਜਿਹੜਾ ਹੋਵੇ ਤੇ ਜਿਹਦੇ ਵਿੱਚ ਜਿਹੜੀਆਂ ਮਾਈਨੋਰਟੀਜ਼ ਹੈਗੀਆਂ ਵਾ ਜਾਂ ਗਰੀਬ ਗੁਰਬੇ ਹੈਗੇ ਆ ਜਾਂ ਵਿਮਨ ਜਿਹੜੀਆਂ ਹੈਗੀਆਂ ਵਾ ਜਾਂ ਹੋਰ ਲੋਕ ਜਿਹੜੇ ਹੈਗੇ ਆ ਉਹ ਹਾਸ਼ੀਏ ਤੇ ਚਲੇ ਜਾਣ ਤੇ ਮੇਨ ਸਟ੍ਰੀਮ ਦੇ ਵਿੱਚ ਉਹੀ ਰੋਕ ਲੈਣ ਜਿਹੜੇ ਇਹਨਾਂ ਦਾ ਪੁਰਾਣਾ ਜਿਹੜਾ ਉਹ ਜਾਤੀ ਵਰਨਾ
ਪ੍ਰਥਾ ਦੇ ਵਿੱਚ ਜਿਹੜੇ ਉੱਤੇ ਬੈਠੇ ਹੁੰਦੇ ਸੀ। ਜੀ ਸੇਖੋ ਸਾਹਿਬ, ਤੁਹਾਡੀ ਗੱਲ ਨੇ ਨਾ ਮੈਨੂੰ ਡਾਕਟਰ ਪਿਆਰੇ ਲਾਲ ਗਰਗ ਜੀ ਦੀ ਗੱਲ ਚੇਤੇ ਕਰਵਾ ਦਿੱਤੀ ਹੈ। ਕਹਿੰਦੇ ਨੇ ਕਿ ਭਾਰਤ ਨੂੰ ਇੱਕ ਦੂਜੀ ਆਜ਼ਾਦੀ ਦੀ ਲੜਾਈ ਦੀ ਲੋੜ ਹੈ। ਇੱਕ ਪਹਿਲਾਂ ਆਜ਼ਾਦੀ ਅੰਗਰੇਜ਼ਾਂ ਦੇ ਲਈ ਲੜੀ ਸੀ, ਹੁਣ ਸਾਨੂੰ ਆਪਣਿਆਂ ਦੇ ਲਈ ਲੜਨੀ ਪੈਣੀ ਹੈ। ਆਪਣੇ ਆਪ ਨੂੰ ਆਜ਼ਾਦ ਕਰਾਉਣ ਲਈ ਸਾਨੂੰ ਦੂਜੀ ਲੜਾਈ ਲੜਨੀ ਪੈਣੀ ਹੈ ਆਜ਼ਾਦੀ ਦੀ, ਜੋ ਤੁਸੀਂ ਕਿਹਾ ਨਾ 2024 ਦੇ ਵਿੱਚ ਇੱਕ ਨਵਾਂ ਰਿਪਬਲਿਕ ਸ਼ੁਰੂ ਹੋਵੇ। ਸੋ ਇੱਥੇ ਇੱਕ ਚੀਜ਼ ਬੜੀ ਜੋ ਚਰਚਾ ਦਾ ਵਿਸ਼ਾ ਰਹਿੰਦੀ ਹੈ ਕਿ ਹਮੇਸ਼ਾ ਇੱਕ ਇਲੈਕਸ਼ਨ ਮੋਡ, ਇੱਕ ਪ੍ਰਮੋਸ਼ਨ ਮੋਡ, ਇਸ ਮੋਡ ਨੂੰ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ ਰੂਲਿੰਗ ਪਾਰਟੀ ਵੱਲੋਂ। ਔਰ ਹੁਣ ਜੋ ਇੱਕ ਨਵੀਂ ਗੱਲ ਚਰਚਾ ਦੇ ਵਿੱਚ ਆਈ ਹੋਈ ਹੈ ਕਿ ਰੇਲਵੇ ਸਟੇਸ਼ਨਸ ਦੇ ਉੱਤੇ ਜਾਂ ਹੋਰ ਵੀ ਕਿਤੇ ਮੋਦੀ ਸਾਹਿਬ ਦੇ ਕੱਟ ਆਊਟਸ ਲੱਗਣ ਔਰ ਤੁਸੀਂ ਉਹਦੇ ਨਾਲ ਇੱਕ ਸੈਲਫੀ ਖਿੱਚੋ। ਸੋ ਇਹ ਜੋ ਸਭ ਵਰਤਾਰਾ ਚੱਲਦਾ ਪਿਆ ਹੈ, ਇਹ ਡੈਮੋਕ੍ਰੈਟਿਕ ਵੇ ਦੇ ਨਾਲ ਜੇ ਅਸੀਂ ਦੇਖੀਏ, ਕੌਨਸਟੀਟਿਊਸ਼ਨਲੀ ਦੇਖੀਏ, ਤਾਂ ਤੁਸੀਂ ਇਹਨੂੰ ਅਪਰੂਵ ਕਰਦੇ ਹੋ ਸੇਖੋ ਸਾਹਿਬ? ਬਿਲਕੁਲ ਨਹੀਂ। ਵੇਖੋ ਤੁਸੀਂ, ਮੈਂ ਤਾਂ ਚਲੋ ਕੀ ਅਪਰੂਵ ਕਰਨਾ। ਤੁਸੀਂ ਦੇਖਿਆ ਕਿ ਇੱਕ ਬੋਰਡ ਦੇ ਉੱਤੇ ਇਹ ਉਲਟਾ ਪੈ ਰਿਹਾ, ਸੈਲਫੀ ਲੱਗੀ ਸੀਗੀ ਰੇਲਵੇ ਸਟੇਸ਼ਨ ਦੇ ਉੱਤੇ, ਤੇ ਥੱਲੇ ਜਿਹੜੇ ਹੈਗੇ ਸੀ ਲੋਕ ਪਲੇਟਫਾਰਮ ਦੇ ਉੱਤੇ ਸਰਦੀਆਂ ਦੇ ਵਿੱਚ ਸੁੱਤੇ ਪਏ ਸੀ। ਔਰ ਉਹ ਜਿਹੜੇ ਸੀ ਥੱਲੇ ਚਾਦਰਾਂ ਸੁੱਟ ਕੇ, ਉੱਥੇ ਜਿਹੜੇ ਸੀਗੇ ਛੋਟੇ ਛੋਟੇ ਬੱਚੇ ਸੀਗੇ ਸਾਰੇ ਸੀ, ਉਹ ਕਿਸੇ ਨੇ ਬਣਾ ਕੇ ਵੀ ਮਗਰਲੇ ਪਾਸੇ ਸੈਲਫੀ ਲੱਗੀ ਆ, ਤੇ ਥੱਲੇ ਲੋਕਾਂ ਦੇ, ਆਮ ਲੋਕਾਂ ਦੇ ਜਿਹੜਾ ਪਲੇਟਫਾਰਮ ਦੇ ਉੱਤੇ ਇਸ ਸਰਦੀ ਦੇ ਵਿੱਚ ਰੁਕਣ ਨੂੰ ਕੋਈ ਥਾਂ ਨਹੀਂ ਸੀਗਾ। ਚੱਕਰ ਇਹ ਹੈਗਾ ਕਿ ਲੋਕਾਂ ਨੇ ਸਵਾਲ ਸ਼ੁਰੂ ਕਰ ਦਿੱਤੇ। ਤੁਸੀਂ ਦੇਖਿਆ ਹੋਣਾ ਕਿ ਲੋਕਾਂ ਨੇ ਰੇਜ਼ ਕੀਤਾ ਕਿ ਕੀ ਇਹ ਏਜੰਡਾ, ਕਿਉਂਕਿ ਇਹਨਾਂ ਨੇ ਤਾਂ ਆਰਮੀ ਨੂੰ ਇਨਵੋਲਵ ਕਰ ਲਿਆ। ਸਭ ਤੋਂ ਡੇਂਜਰਸ ਜਿਹੜਾ ਪਾਰਟ ਹੈਗਾ ਕਿ ਸਾਡੀ ਮੋਸਟ ਜਿਹੜੀ ਰਿਸਪੈਕਟਡ ਡਿਪੈਂਡੇਬਲ ਜਿਹੜੀ ਇੰਸਟੀਟਿਊਸ਼ਨ ਸੀ ਉਹ ਇੰਡੀਅਨ ਆਰਮੀ ਸੀਗੀ ਜੀ। ਔਰ ਜਿਸ ਤਰੀਕੇ ਦੇ ਨਾਲ ਆਰਮੀ ਨੂੰ ਵੀ ਇਹ ਇਨਵੋਲਵ ਕਰ ਰਹੇ ਆ, ਜਿੱਦਾਂ ਤੁਸੀਂ ਸੈਲਫੀ ਦੀ ਗੱਲ ਕੀਤੀ ਆ, ਬਿਊਰੋਕ੍ਰੇਸੀ ਨਾਲ ਲੱਗ ਰਹੀ ਆ, ਆਪਣਾ ਝੰਡਾ ਜਿਹੜਾ ਦੇਸ਼ ਦੇ ਝੰਡੇ ਦੇ ਨਾਲ ਆਪਣਾ ਝੰਡਾ ਕਰ ਰਹੇ ਆ। ਮੈਂ ਤਾਂ ਸਵਾਲ ਇਹ ਕਰਦਾ ਕਿ ਇਹ ਜਿਹੜਾ ਸਾਰਾ ਕੰਮ ਕੀ ਹੋ ਰਿਹਾ, ਕਿ ਬੀਜੇਪੀ ਜਾਂ ਮੋਦੀ ਸਾਹਿਬ ਜਾਂ ਆਰਐਸਐਸ ਦੇ ਪੈਸੇ ਨਾਲ ਹੋ ਰਿਹਾ ਕਿ ਲੋਕਾਂ ਦੇ ਪੈਸੇ ਨਾਲ ਹੋ ਰਿਹਾ ਜੀ? ਇਹ ਕਿੱਥੋਂ ਇਹ ਕਲੀਅਰ ਕਰਨਾ ਚਾਹੀਦਾ। ਦੂਸਰੀ ਗੱਲ ਹੈ, ਜਦੋਂ ਬਾਰ-ਬਾਰ ਕਹੀ ਜਾਂਦਾ ਵਾ ਸੀ ਇਹ ਮੋਦੀ ਗਵਰਨਮੈਂਟ, ਕਿ ਮੋਦੀ ਪਰਸਨ ਇੰਪੋਰਟੈਂਟ ਹੈ ਕਿ ਗਵਰਨਮੈਂਟ ਇੰਪੋਰਟੈਂਟ ਹੈਗੀ ਆ? ਇਹ ਤਾਂ ਭਾਰਤ ਸਰਕਾਰ ਹੈਗੀ ਆ, ਇਹ ਤਾਂ ਹਿੰਦੁਸਤਾਨ ਸਰਕਾਰ ਹੈਗੀ। ਇੱਥੇ ਨੂੰ ਕੋਈ ਮੌਕਾ ਸੀ ਕਿ ਹਿੰਦੁਸਤਾਨ ਜਾਂ ਇੰਡੀਆ ਗਵਰਨਮੈਂਟ ਦੇ ਨਾਂ ਤੇ ਭਾਰਤ ਸਰਕਾਰ ਦੀ ਗੱਲ ਕਰਦੇ। ਇਹ ਤਾਂ ਮੋਦੀ ਦੀ ਗਰੰਟੀ ਕਹਿੰਦੇ ਹੁੰਦੇ ਆ। ਮੋਦੀ ਕੌਣ ਹੁੰਦਾ ਗਰੰਟੀ ਦੇਣ ਵਾਲਾ? ਮੋਦੀ ਵੀ ਕਿ ਪ੍ਰਾਈਮ ਮਿਨਿਸਟਰ ਕਹਿ ਸਕਦੇ, ਪ੍ਰਾਈਮ ਮਿਨਿਸਟਰ ਦੀ ਗਰੰਟੀ ਹੋਵੇ, ਜਾਂ ਇਸ ਤਰੀਕੇ ਨਾਲ ਹੋਵੇ ਕਿ ਇਸ ਕੇਂਦਰੀ ਸਰਕਾਰ ਦੀ ਗਰੰਟੀ ਆ। ਸਾਰਾ ਕੁਝ ਸੈਂਟਰਲਾਈਜੇਸ਼ਨ ਵਾਲੇ ਪਾਸੇ ਜਾ ਰਿਹਾ। ਔਰ ਜਿਹੜੀ ਐਬਸੋਲੂਟ ਸੈਂਟਰਲਾਈਜੇਸ਼ਨ ਹੁੰਦੀ ਹੈ ਬਹੁਤ ਡੇਂਜਰਸ ਹੁੰਦੀ ਆ। ਸਾਡੇ ਤੁਹਾਡੇ ਵਾਸਤੇ ਨਹੀਂ, ਇਹ ਉਸ ਪਾਰਟੀ ਵਾਸਤੇ, ਉਹ ਢਾਂਚੇ ਵਾਸਤੇ, ਕਿਉਂਕਿ ਨਾ ਤਾਂ ਕੋਈ ਵਿਅਕਤੀ ਬਹੁਤ ਲੰਮਾ ਸਮਾਂ ਰਹਿੰਦਾ ਹੁੰਦਾ, ਨਾ ਕੋਈ ਸੰਸਥਾ ਬਹੁਤ ਜਿਹੜੀ ਹੈਗੀ ਆ ਪਾਰਟੀ ਲੰਮਾ ਸਮਾਂ ਰਹਿੰਦੀ ਆ। ਕਾਂਗਰਸ ਕਿੰਨੀ ਤਾਕਤਵਰ ਸੀ। ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ ਦਾ ਨਾਰਾ ਤੁਸੀਂ ਦੇਵਕਾਂਤ ਬਰੂਆ ਦਾ ਸੁਣਿਆ ਹੋਣਾ 1974 ਦੇ ਵਿੱਚ। ਕਿੱਥੇ ਐ ਵੇਲੇ ਉਹ ਜਿਹੜੀ ਹੈਗੀ ਸੀਗੀ। ਅਜੇ ਕਿ ਕਾਂਗਰਸ ਪਾਰਟੀ ਜਿਹੜੀ ਆ ਬਹੁਤ ਨੁਕਸਾਂ ਦੇ ਬਾਵਜੂਦ ਵੀ ਉਹਦੇ ਵਿੱਚ ਇੰਨਾ ਕਮਿਊਨਲਿਜ਼ਮ ਨਹੀਂ ਸੀਗਾ। ਉਹ 'ਚ ਕਰਪਸ਼ਨ ਹੋ ਸਕਦੀ ਆ, ਉਹ 'ਚ ਸਾਰਾ ਹੋਰ ਜੋ ਹੋ ਸਕਦਾ, ਧੱਕੇਸ਼ਾਹੀ ਸੀਗੀ। ਪਰ ਜਿਸ ਕਿਸਮ ਦਾ ਵਿਤਕਰਾ, ਤੁਸੀਂ ਦੇਖੋ 20 ਕਰੋੜ ਮੁਸਲਿਮ ਹੋਣ ਤੇ ਉਹਨਾਂ ਦਾ ਕੋਈ ਵੀ ਨੁਮਾਇੰਦਾ ਨਾ ਹੋਵੇ, ਉਹਨਾਂ ਨੂੰ ਕੋਈ ਮਾਰਜਨਲਾਈਜ਼ ਕੀਤਾ ਜਾਵੇ। ਵੱਡੇ ਵੱਡੇ ਜਿਹੜੀਆਂ ਸਟੇਟਾਂ ਜਿੱਥੇ ਬੀਜੇਪੀ ਰੂਲਡ ਆ, ਕੋਈ ਉਹਨਾਂ ਦਾ ਡਿਸਟ੍ਰਿਕਟ ਮੈਜਿਸਟ੍ਰੇਟ ਤੁਹਾਨੂੰ ਨਹੀਂ ਮਿਲੂਗਾ, ਬਹੁਤ ਘੱਟ ਮਿਲਣਗੇ। ਕੋਈ ਉਹਨਾਂ ਦਾ ਜਿਹੜਾ ਪੁਲਿਸ ਆਫੀਸਰ ਨਹੀਂ ਮਿਲੂਗਾ, ਕੋਈ ਪ੍ਰੋਮੀਨੈਂਟ ਪੋਜੀਸ਼ਨ ਦੇ ਵਿੱਚ ਨਹੀਂ ਮਿਲਣਗੇ। ਇਹ ਹੋ ਕੀ ਰਿਹਾ ਵਾ? ਇਸੇ ਕਰਕੇ ਇਹ ਸੈਲਫੀਆਂ ਸੁਲਫੀਆਂ ਜਿਹੜੀਆਂ ਹੁੰਦੀਆਂ ਨਾ, ਜਦੋਂ ਲੋਕੀ ਖੜੇ ਹੋ ਜਾਂਦੇ ਆ, ਬੜੇ ਬੜੇ ਜਿਹੜੇ ਹੁੰਦੇ ਨਾ, ਜਦੋਂ ਇੱਕ ਪੁਰਾਣੀ ਕਹਾਵਤ ਹੁੰਦੀ ਸੀਗੀ ਕਿ ਫਿਰ ਜਿਹੜੇ ਬੜੇ ਬੜੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਆ, ਮਹਿਲ ਹੁੰਦੇ ਆ, ਸੋਵੀਅਤ ਯੂਨੀਅਨ ਦਾ ਕੀ ਬਣਿਆ? ਉੱਥੇ ਤੇ ਸੈਲਫੀਆਂ ਵੀ ਨਹੀਂ ਲਾਈਆਂ। ਕਿੰਨਾ ਪਾਵਰਫੁਲ ਕੰਟਰੀ ਸੀਗਾ, ਔਰ ਹੌਲੀ ਹੌਲੀ ਕਿੱਦਾਂ ਉਹਦੇ ਵਿੱਚੋਂ ਕਿਸ ਕਿਸਮ ਦਾ ਸ਼ਾਹ ਆਫ ਇਰਾਨ ਜਿਹੜਾ ਸੀਗਾ, ਸਾਡੇ ਕੋਲ ਐਗਜ਼ਾਮਪਲ ਹੈਗੀ ਆ, ਜਿਹਨੂੰ ਉਹ ਕਹਿੰਦੇ ਹੁੰਦੇ ਸੀਗੇ ਪੁਲਿਸਮੈਨ ਆਫ ਦਾ ਗਲਫ, ਅਮਰੀਕਾ ਨੇ ਤੁਹਾਡੇ ਨੇ ਟਾਈਟਲ ਦਿੱਤਾ ਸੀਗਾ। ਉਹਦਾ ਕੀ ਬਣਿਆ? ਉਹਨੂੰ ਮਰਨਾ ਵੀ ਬਾਹਰ ਜਾ ਕੇ ਪਿਆ। ਉਹਨੂੰ ਆਪਣੇ ਦੇਸ਼ ਦੇ ਵਿੱਚ ਜਿਹੜਾ ਹੈਗਾ ਸੀਗਾ, ਉਹਨੂੰ ਜਿਹੜੀ ਉਹ ਵੀ ਦਫਨ ਨਹੀਂ ਹੋਈ। ਵੱਡੇ ਵੱਡੇ ਰਾਜਾ ਮਹਾਰਾਜਾ ਦੀ ਗੱਲ ਹੈਗੀ ਆ। ਮਿਸਰ ਦਾ ਜਿਹੜਾ ਤੁਸੀਂ ਉਹ ਲੈ ਕੇ ਦੇਖ ਲਓ, ਸਦਾਮ ਹੁਸੈਨ ਵਾਲੇ ਪਾਸੇ ਵੱਲ ਦੇਖ ਲਓ। ਆ ਜਿਹੜਾ ਤੁਹਾਡਾ ਪਾਕਿਸਤਾਨ ਦਾ ਸੀਗਾ ਜਰਨੈਲ ਜਿਹੜਾ ਸੀ, ਆਪਣਾ ਉਹਦਾ ਨਾਂ ਸੀਗਾ ਜਿਹੜਾ 99 'ਚ ਆ ਗਿਆ ਸੀ, ਮੁਸ਼ਰਫ ਜਿਹੜਾ ਹੈਗਾ, ਉਹਦੇ ਨਾਲ ਕੀ ਬਣਾ? ਸੋ ਜਿੰਨਾ ਜ਼ਿਆਦਾ ਡੀਸੈਂਟਰਲਾਈਜੇਸ਼ਨ ਆਫ ਪਾਵਰ ਹੋਵੇ, ਓਨੀ ਪੋਲੀਟੀਕਲ ਸਟੇਬਿਲਿਟੀ ਪਾਰਟੀ ਦੀ, ਲੀਡਰ ਦੀ ਤੇ ਸਿਸਟਮ ਦੀ ਰਹਿੰਦੀ ਆ। ਜਿੰਨੀ ਜ਼ਿਆਦਾ ਸੈਂਟਰਲਾਈਜੇਸ਼ਨ ਹੁੰਦੀ ਆ, ਉਹਦੇ ਤਾਂ ਫਿਰ ਉਹੀ ਨਿਊਟਨ ਦਾ ਜਿਹੜਾ ਤੀਸਰਾ ਲਾਭ ਆ, ਉਹ ਫਿਰ ਹੌਲੀ ਹੌਲੀ ਕਿਤੇ ਨਾ ਕਿਤੇ ਲਾਗੂ ਹੋ ਜਾਂਦਾ। ਮੈਨੂੰ ਇਹ ਲੱਗਦਾ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਆ। ਤੁਸੀਂ ਦੇਖੋ ਕਿ ਬਹੁਤ ਸਾਰੀਆਂ ਸਟੇਟਾਂ 'ਚ ਆਪੋਜੀਸ਼ਨ ਪਾਰਟੀਆਂ ਹੈਗੀਆਂ, ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇਹ ਇਸ ਵਿਚਾਰਧਾਰਾ ਨੂੰ ਜਿਹੜਾ ਅਪੋਜ਼ ਵੀ ਕਰਦੇ ਆ। ਤੁਸੀਂ ਦੇਖਿਆ ਹੋਣਾ ਉਹ ਜਿਹੜਾ
ਜਿਹੜਾ ਹੈਗਾ ਸੀ DMK ਦਾ ਜਿਹੜਾ ਮੁੰਡਾ ਸੀ, ਉਹਨੇ ਕੀ ਜਿਹੜਾ ਹੈਗਾ ਸੀ ਕੀ ਕਹਿਤਾ ਉਸ ਵੇਲੇ, ਉਹ ਵੀ ਸਰਵਾਈਵ ਕਰ ਲਿਆ ਉਹਦੇ ਵਿੱਚੋਂ, ਜਿਹਨੇ ਮਰਜ਼ੀ ਕੇਸ ਪਾਈ ਜਾਓ। ਅਜੇ ਵੀ ਲੋਕੀ ਆਵਾਜ਼ ਉਠਾ ਰਹੇ ਆ, ਜੇਲ੍ਹਾਂ 'ਚ ਲੋਕ ਬੈਠੇ ਆ। ਤੋ ਇਸ ਕਰਕੇ ਇਹ ਜਿਹੜੀਆਂ ਸੈਲਫੀਆਂ ਹੁੰਦੀਆਂ ਵਾ, ਜਿਨ੍ਹਾਂ 'ਚ ਢਿੱਡ ਨਾ ਪਈਆਂ ਰੋਟੀਆਂ, ਤੇ ਸਾਰੇ ਗੱਲਾਂ ਖੋਟੀਆਂ। 80 ਕਰੋੜ ਬੰਦਾ ਤੇ 5 ਕਿਲੋ ਅਨਾਜ ਤੇ ਬੈਠਾ ਵਾ, ਉਹਨਾਂ ਦੀਆਂ ਵੀ ਵੋਟਾਂ ਹੈਗੀਆਂ ਵਾ, ਤੇ ਸੈਲਫੀ ਆਉਣ ਵਾਲੇ ਦੀਆਂ ਵੀ ਹੈਗੀਆਂ। ਪਰ ਇਹ ਮੈਨੂੰ ਲੱਗਦਾ ਕਿ ਮਿਸਯੂਜ਼ ਆਫ ਪਬਲਿਕ ਐਕਸਚੇਕਰ ਹੈਗਾ, ਮਿਸਯੂਜ਼ ਆਫ ਟੈਕਸਪੇਅਰਸ ਮਨੀ ਆ, ਜਿਹੜੀ ਨਹੀਂ ਹੋਣੀ ਚਾਹੀਦੀ। ਔਰ ਇਹੀ ਪੈਸਾ ਜਿਹੜਾ ਹੈਗਾ ਲੋਕ ਭਲਾਈ ਦੇ ਕੰਮਾਂ ਵਾਸਤੇ, ਵਿਦਿਆ ਦੇ ਉੱਤੇ ਜਾਂ ਹੋਰ ਕੰਮਾਂ ਦੇ ਉੱਤੇ ਖਰਚਣਾ ਚਾਹੀਦਾ। ਸੇਖੋ ਸਾਹਿਬ, ਇੱਕ ਪੰਜਾਬ ਦੀ ਸਥਿਤੀ ਬਾਰੇ ਵੀ ਜਾਇਜ਼ਾ ਲੈ ਲਈਏ ਕਿ ਭਾਰਤ ਦੇ ਵਿੱਚ ਤੇ ਭਾਰਤ ਜੋੜੋ ਯਾਤਰਾ ਚੱਲੀ ਹੈ। ਚਲੋ ਉਸ ਦੇ ਤਾਂ ਦਿਨ ਹੁਣ ਅੱਗੇ ਵੱਧਦੇ ਪਏ ਨੇ ਕਿ 2024 ਦੀਆਂ ਇਲੈਕਸ਼ਨਸ ਦੇ ਉੱਤੇ ਉਹਦਾ ਕੀ ਅਸਰ ਹੋਣਾ ਹੈ। ਜੋ ਪੰਜਾਬ ਦੇ ਵਿੱਚ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਸ਼ੁਰੂ ਕਰਨ ਵਾਲਾ ਹੈ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ। ਔਰ ਐਕਸਪਰਟਸ ਕਹਿੰਦੇ ਨੇ ਕਿ ਇਹ ਪੰਜਾਬ ਬਚਾਓ ਯਾਤਰਾ ਤੇ ਨਾਂ ਦਿੱਤਾ ਗਿਆ ਹੈ, ਐਕਚੁਅਲੀ ਇਹ ਅਕਾਲੀ ਦਲ ਬਚਾਓ ਯਾਤਰਾ ਹੈ, ਕਿਉਂਕਿ ਅਕਾਲੀ ਦਲ ਨੂੰ ਮੁੜ ਤੋਂ ਲੋਕਾਂ ਦੀ ਸੋਚ ਦਾ ਹਿੱਸਾ ਬਣਾਉਣਾ ਹੈ ਔਰ ਬਾਉਂਸ ਬੈਕ ਕਰਨਾ ਹੈ ਅੱਗੇ ਦੇ ਫਿਊਚਰ ਵਾਸਤੇ। ਤੁਹਾਨੂੰ ਕੀ ਲੱਗਦਾ ਹੈ ਪੰਜਾਬ ਬਚਾਓ ਯਾਤਰਾ ਦਾ ਕੀ ਰਿਜ਼ਲਟ ਹੋਣ ਵਾਲਾ ਹੈ? ਮੈਨੂੰ ਲੱਗਦਾ ਕਿ ਲੋਕਾਂ ਦਾ ਜਿਹੜੀ ਲੀਡਰਸ਼ਿਪ ਮੌਜੂਦਾ ਹੈਗੀ ਇਹਦੇ ਪ੍ਰਤੀ ਅਜੇ ਵੀ ਗੁੱਸਾ ਕਾਇਮ ਆ ਜੀ। ਤੋ ਯਾਤਰਾ ਕੱਢ ਲੈਣ ਬਹੁਤ ਵਧੀਆ ਹੈਗਾ, ਯਾਤਰਾ ਚੰਗੀ ਚੀਜ਼ ਹੈਗੀ ਆ। ਲੋਕਾਂ 'ਚ ਜਾਣ, ਲੋਕਾਂ ਨੂੰ ਸਮਝਣ, ਲੋਕਾਂ ਤੋਂ ਸਿੱਖਣ, ਲੋਕਾਂ 'ਚ ਬਹਿ ਕੇ ਲੋਕਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ, ਤਾਨੇ ਮਿਹਨੇ ਜਿਹੜੇ ਹੈਗੇ ਆ, ਉਹ ਖੁੱਲੇ ਦਿਲ ਦੇ ਨਾਲ ਉਹਨੂੰ ਵਿਚਾਰਨ। ਇਹ ਚੰਗੀ ਪ੍ਰਕਿਰਿਆ ਹੈਗੀ ਆ, ਵਧੀਆ ਤਰੀਕਾ ਹੈਗਾ। ਤੁਸੀਂ ਦੇਖੋ ਵੀ ਰਾਹੁਲ ਗਾਂਧੀ ਨੇ ਯਾਤਰਾ ਤੋਂ ਬਾਅਦ ਉਹਦਾ ਜਿਹੜਾ ਇਮੇਜ ਸੀ ਰਾਹੁਲ ਗਾਂਧੀ ਦਾ, ਉਹ ਆਲ ਟੂਗੈਦਰ ਜਿਹੜਾ ਸੀਗਾ ਉਹ ਵੱਖਰਾ ਹੋ ਗਿਆ। ਅਕਾਲੀ ਦਲ ਦਾ ਸਮੱਸਿਆ ਬਹੁਤ ਜ਼ਿਆਦੀਆਂ ਹੈਗੀਆਂ। ਸਮੱਸਿਆ ਇਹੀ ਹੈਗੀ ਆ ਕਿ ਅਕਾਲੀ ਦਲ ਨੂੰ ਖੋਰਾ ਬਹੁਤ ਲੱਗਾ, ਔਰ ਅਕਾਲੀ ਦਲ ਨੂੰ ਖੋਰਾ ਇਸ ਕਰਕੇ ਲੱਗਾ ਕਿ ਜਿਹੜਾ ਅਕਾਲੀ ਦਲ ਕਿਸੇ ਸਮੇਂ ਪੰਥਕ ਦਲ ਹੁੰਦਾ ਸੀਗਾ, ਅਕਾਲੀ ਦਲ ਸਿੱਖਾਂ ਨੂੰ ਰਿਪਰੈਜ਼ੈਂਟ ਕਰਦਾ ਸੀਗਾ, ਅਕਾਲੀ ਦਲ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦਾ ਸੀਗਾ, ਅਕਾਲੀ ਦਲ ਜਿਹੜਾ ਹੁੰਦਾ ਸੀ ਚੰਗੇ ਸੋਚ ਰੱਖਣ ਵਾਲੇ ਨੂੰ ਰਿਪਰੈਜ਼ੈਂਟ ਕਰਦਾ ਸੀ, ਉਹ ਕਿਤੇ ਪਰਿਵਾਰ ਤੱਕ ਹੀ ਸੀਮਿਤ ਰਹਿ ਗਿਆ। ਔਰ ਪਰਿਵਾਰ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਸੀਗੇ, ਜੋ ਉਹਨਾਂ ਨੇ ਪਹਿਲ, ਕਿਉਂਕਿ ਪੰਜਾਬ ਛੋਟਾ ਬਹੁਤ ਆ, ਇੱਥੇ ਤਾਂ ਕਿਸੇ ਨੂੰ ਛਿੱਕ ਵੱਜਦੀ ਆ ਵੋਟ ਦੇ ਵਿੱਚ, ਤੇ ਇੱਥੇ ਪਠਾਨਕੋਟ ਤੱਕ ਪਤਾ ਲੱਗ ਜਾਂਦਾ ਵੀ ਫਲਾਣੇ ਬੰਦੇ ਨੂੰ ਜ਼ੁਕਾਮ ਹੋਇਆ। ਤੋ ਜਿਹੜੇ ਇਹਨਾਂ ਦੇ 10 ਸਾਲਾਂ ਜਿਨ੍ਹਾਂ ਨੇ ਜੋ ਉਸ ਸਮੇਂ ਦੇ ਵਿੱਚ ਖੁਨਾਮੀਆਂ ਕੀਤੀਆਂ, ਚਾਹੇ ਉਹ ਧਾਰਮਿਕ ਬਿਪਦੀਆਂ ਸੀਗੀਆਂ, ਚਾਹੇ ਉਹ ਆਰਥਿਕ ਜੋ ਵੀ ਇਹਨਾਂ ਦੀ ਲੁੱਟ ਖਸੁੱਟ ਦੀ ਗੱਲ ਕਰਦੇ ਸੀ, ਕਬਜ਼ਾ ਕਰਨ ਵਾਲੀ ਗੱਲਾਂ ਸੀਗੀਆਂ, ਦਾਰੂ ਤੇ ਦੂਸਰਾ ਤੀਸਰਾ ਸਾਰਾ, ਕਿਉਂਕਿ ਪੰਜਾਬ ਕੋਲ ਰਿਸੋਰਸਿਸ ਬਹੁਤ ਜ਼ਿਆਦਾ ਨਹੀਂ ਹੈ। ਇਹੀ ਸ਼ਰਾਬ ਵਾ, ਰੇਤਾ ਵਾ, ਜਾਂ ਦੂਸਰਾ ਤੀਸਰਾ ਮਾਫੀਆ ਵਾ, ਇਹੀ ਸਾਰਾ ਹੈਗਾ। ਇਹਨੂੰ ਅਪਰੋਪਰੀਏਟ ਕਰ ਲਿਆ। ਮੈਨੂੰ ਲੱਗਦਾ ਕਿ ਅਕਾਲੀ ਦਲ ਕੌਣ ਲੀਡ ਕਰੂਗਾ, ਇਹਨਾਂ 'ਚੋਂ ਕਿਹੜਾ ਵਿਅਕਤੀ ਹੈਗਾ ਕਿ ਜਿਹੜਾ ਅੱਗੇ ਜਾ ਕੇ ਲੋਕਾਂ ਕਹੂਗਾ, ਕਿਉਂਕਿ ਲੋਕੀ ਇਹਨਾਂ ਨੂੰ ਇਸ ਵੇਲੇ ਜੋ ਪੰਜਾਬ ਦੀ ਹਾਲਾਤ ਹੋਏ ਆ ਉਹਦੇ ਲਈ ਬਰਾਬਰ ਦਾ ਰਾਦਰ ਜ਼ਿਆਦਾ ਜ਼ਿੰਮੇਵਾਰ ਇਸ ਕਰਕੇ ਗਿਣਦੇ ਆ ਕਿ ਲੋਕਾਂ ਨੂੰ ਇਹਨਾਂ ਤੋਂ ਆਸ ਜ਼ਿਆਦੀ ਸੀ। ਬੀਇੰਗ ਏ ਰੀਜਨਲ ਪਾਰਟੀ, ਇਹਨਾਂ ਦਾ ਮੇਨ ਮਕਸਦ ਹੀ ਹੈ ਤੁਸੀਂ ਸਟੇਟ ਜਿਹੜਾ ਹੈਗਾ ਪੱਖੀ ਰਹੋ, ਸਟੇਟ ਦੀ ਗੱਲ ਕਰੋ। ਜਿੰਨਾ ਚਿਰ 1980 ਤੱਕ ਇਹ ਗੱਲ ਕਰਦੇ ਰਹੇ, ਇਹ ਲੋਕਾਂ ਦੇ ਦਿਲਾਂ ਦੇ ਹੀਰੋ ਸੀਗੇ। ਤੋ ਇਸ ਕਰਕੇ ਯਾਤਰਾ ਸ਼ੁਰੂ ਕਰਨ, ਔਰ ਯਾਤਰਾ ਦੇ ਵਿੱਚ ਮੈਨੂੰ ਲੱਗਦਾ ਵੀ ਕਾਫੀ ਵੱਡਾ ਇਹਨਾਂ ਨੂੰ ਰਜਿਸਟੈਂਸ ਵੀ ਮਿਲੂਗੀ, ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਣਗੀਆਂ। ਹਾਂ, ਜੇ ਇਹ ਗੱਲਾਂ ਸੁਣਨ ਨੂੰ ਤਿਆਰ ਆ ਖੁੱਲੇ ਮਨ ਦੇ ਨਾਲ, ਜੇ ਉੱਥੇ ਉਹ ਨਹੀਂ ਹੈਗਾ, ਕਿਉਂਕਿ ਹੁਣ ਤੇ ਇਹ ਲੋਕਾਂ ਨੂੰ ਡਾਂਗ ਵੀ ਨਹੀਂ ਫੇਰ ਸਕਦੇ, ਹੁਣ ਤਾਂ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਪਿੱਛੇ ਧੱਕੂਗੀ ਨਹੀਂ। ਤੋ ਇਹ ਪੋਜ਼ਿਟਿਵ ਪਾਰਟ ਆ, ਪਰ ਸਬਜੈਕਟ ਟੂ ਦੈਟ ਕਿ ਜੋ ਇਹਨਾਂ ਦੇ ਸਮੇਂ ਦੇ ਵਿੱਚ ਮਾੜੇ ਕੰਮ ਹੋਏ ਆ ਉਹਨਾਂ ਨੂੰ ਸੁਣਨ ਦਾ ਮਾਦਾ ਲੈ ਕੇ ਚੱਲਣ, ਇਹ ਉੱਥੇ ਰੂਲਿੰਗ ਪਾਰਟੀ ਵਾਂਗੂ ਬਿਹੇਵ ਨਾ ਕਰਨ। ਮੈਨੂੰ ਨਹੀਂ ਲੱਗਦਾ ਕਿ ਇਹਨਾਂ 'ਚ ਬਹੁਤ ਸਾਰੇ ਇਸ ਵੇਲੇ ਜਿਹੜੇ ਹੈਗੇ ਆ ਉਸ ਕਿਸਮ ਦੇ ਲੀਡਰ ਬਚੇ ਆ ਕਿ ਜਿਹੜੇ ਲੋਕਾਂ 'ਚ ਜਾ ਕੇ ਆਪਣੀ ਗੱਲ ਸਮਝਾ ਸਕਦੇ, ਕਿਉਂਕਿ ਇਹਨਾਂ ਦਾ ਸਭ ਤੋਂ ਵੱਡਾ ਲਿੰਕ ਜਿਹੜਾ ਸੀਗਾ, ਸਭ ਤੋਂ ਵੱਡੀ ਤਾਕਤ ਸੀ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਜਿਹਦੀ ਲਿੰਕ ਜਿਹੜੀ ਹੈਗੀ ਆ ਪਿੰਡ ਦੇ ਗੁਰਦੁਆਰੇ ਤੋਂ ਲੈ ਕੇ ਤੇ ਉਤਲੇ ਟੌਪ ਤੱਕ ਸੀਗੀ। ਇਹ ਬਹੁਤ ਵੱਡਾ ਮੋਬਿਲਾਈਜ਼ਿੰਗ ਫੋਰਸ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਕੁਝ ਕੰਮਾਂ ਕਰਕੇ ਇਸ ਵੇਲੇ ਲੋਕਾਂ ਦੀ ਕਿੰਤੂ ਪਰੰਤੂ ਦਾ ਸ਼ਿਕਾਰ ਹੈ। ਆਪਾਂ ਹੁਣ ਕਾਉਂਕੇ ਸਾਹਿਬ ਦੀ ਗੱਲ ਕਰਨ ਰਹੇ ਹਾਂ, ਰਾਜੋਆਣਾ ਸਾਹਿਬ ਦਾ ਜਿਹੜਾ ਮੁੱਦਾ ਚੱਲਣ ਡਿਆ ਵਾ, ਜਾਂ ਜਿਸ ਤਰੀਕੇ ਨਾਲ ਬਿਹੇਵ ਕਰਦੇ ਆ। ਸੋ ਯਾਤਰਾ ਦੇ ਨਾਲ ਨਾਲ ਜੇ ਅਕਾਲੀ ਦਲ, ਕਿਉਂਕਿ ਅਕਾਲੀ ਦਲ ਅਜੇ ਵੀ ਕਲੀਅਰ ਨਹੀਂ ਗਾ, ਜੇ ਇਹਨੇ BJP ਨਾਲ ਜਾਣਾ ਤੇ ਫਿਰ ਲੋਕਾਂ ਦੀ ਐਕਸੈਪਟੇਬਿਲਿਟੀ ਉਨੀ ਜ਼ਿਆਦਾ ਨਹੀਂ ਹੋਊਗੀ। ਸਭ ਨੂੰ ਪਤਾ ਕਿ ਤਾਕਤ ਵਾਸਤੇ ਤੁਰੇ ਫਿਰਦੇ ਆ, ਔਰ ਜੇ ਇਕੱਲੇ ਲੜਦੇ ਆ ਤੇ ਫਿਰ ਇਹਨਾਂ ਨੂੰ ਸੜਕ ਤੇ ਆਉਣਾ ਚਾਹੀਦਾ, ਕਨਫਰੰਟ ਕਰਨਾ ਚਾਹੀਦਾ ਕੇਂਦਰ ਸਰਕਾਰ ਦੇ ਖਿਲਾਫ। ਪਰ ਇੱਕ ਬਹੁਤ ਇੰਟਰਸਟਿੰਗ ਗੱਲ ਹੈਗੀ ਆ ਵੀ ਕੇਂਦਰ ਦੀ ED ਸਾਰੇ ਪੋਲੀਟੀਕਲ ਲੀਡਰਾਂ ਦੇ ਪਿੱਛੇ ਪਈ ਆ, ਸਾਰੇ ਪਾਰਟੀ ਦੇ ਵੱਡੇ ਵੱਡੇ ਲੋਕਾਂ ਦੇ ਪਿੱਛੇ ਪਈ ਆ, ਅਕਾਲੀ ਦਲ ਨੂੰ ਸਪੇਅਰ ਕਰ ਰਹੀ ਆ। ਇਹ ਨਹੀਂ ਵੀ ਅਕਾਲੀ ਦਲ ਨੇ ਇਹੋ ਜਿਹੀਆਂ ਖਨਾਮੀਆਂ ਨਹੀਂ ਕੀਤੀਆਂ, ਜਾਂ ਅਕਾਲੀ ਦਲ ਦੇ ਲੀਡਰਾਂ ਨੇ ਕੋਈ ਪੈਸੇ ਕੈਨੇਡਾ ਅਮਰੀਕਾ 'ਚ ਨਹੀਂ ਲਾਏ। ਤੁਸੀਂ ਕੈਨੇਡਾ ਦੇ ਕਿਸੇ ਸ਼ਹਿਰ ਚੱਲ ਜਾਓ, ਤੁਸੀਂ ਐਡਮਿੰਟਨ ਚਲੇ ਜਾਓ ਜਾਂ ਉੱਧਰ ਚੱਲ ਜਾਓ, ਉੱਥੇ ਲੋਕੀ ਦੱਸਦੇ ਆ ਵੀ ਆਹ ਬਿਲਡਿੰਗ ਜਿਹੜੀ ਹੈਗੀ ਫਲਾਣੇ ਅਕਾਲੀ ਦਲ ਨੇ ਬਣਾਈ ਆ, ਤੇ ਆਹ ਜਿਹੜੀ ਹੈਗੀ ਆ ਫਲਾਣੇ ਅਕਾਲੀ ਦਲ ਨੇ ਬਣਾਈ ਆ। ਮੈਨੂੰ ਤਾਂ ਇਹ ਗੱਲ ਨਹੀਂ ਸਮਝ ਆਉਂਦੀ ਵੀ ਅਜੇ
ਮੋਦੀ ਸਾਹਿਬ ਕਿਉਂ ਇਹਨਾਂ ਦੇ ਇੰਨਾ ਰਹਿਮ ਕਰਨ ਡਏ ਆ। ਤੇ ਜੇ ਇਦਾਂ ਦੀ ਗੱਲ ਹੋਈ ਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਦੁਬਾਰਾ ਰਿਵਾਈਵ ਕਰਨ ਦੇ ਵਿੱਚ ਅਜੇ ਬਹੁਤ ਜ਼ਿਆਦਾ ਮਿਹਨਤ ਕਰਨੀ ਪਊਗੀ। ਹਾਂ, ਇਹ ਗੱਲ ਜ਼ਰੂਰ ਆ, ਪੰਜਾਬ ਦੇ ਵਿੱਚ 2 ਵਾਰੀ ਤਾਕਤ ਤੋਂ ਬਾਹਰ ਹੋ ਗਏ। ਅੱਛਾ, ਪਾਰਲੀਮੈਂਟ 'ਚ ਇਹਨਾਂ ਦੀ ਪੋਜੀਸ਼ਨ ਬਹੁਤ ਡਾਮਾਡੋਲ ਹੋ ਗਈ, 2 ਰਹਿ ਗਏ। ਜੇ ਇਸ ਇਲੈਕਸ਼ਨ ਦੇ ਵਿੱਚ 27 'ਚ ਇਹ ਖੁਦਾ ਨਾ ਖਾਸਤਾ ਬਿਲਕੁਲ ਬਾਹਰ ਹੋ ਗਏ ਤੇ ਫਿਰ ਇੱਕ ਇਹਨਾਂ ਦਾ ਰਿਵਾਈਵ ਕਰਨਾ ਮੁਸ਼ਕਲ ਹੋ ਜਾਊਗਾ। ਕੋਈ ਵੀ ਜਿਹੜੀ ਹੈਗੀ ਹੈ ਰੀਜਨਲ ਪੋਲੀਟੀਕਲ ਪਾਰਟੀ ਜਦੋਂ 15 ਸਾਲ ਤਾਕਤ ਤੋਂ ਬਾਹਰ ਰਹਿ ਜੇ, ਆਪਾਂ ਲੋਕ ਦਲ ਦਾ ਹਾਲ ਵੇਖਿਆ, ਆਪਾਂ ਮਾਇਆਵਤੀ ਦਾ ਤੁਸੀਂ ਦੇਖਣਾ ਵਾ, ਆਪਾਂ ਹੋਰ ਬਹੁਤ ਸਾਰੀ ਐਗਜ਼ਾਮਪਲ ਮੈਂ ਦੇ ਸਕਦਾ। ਅਸਮ ਗਣ ਸੰਗਰਾਮ ਪ੍ਰੀਸ਼ਦ ਹੈਗੀ, ਉਹਦੀ ਮੈਂ ਗੱਲ ਕਰ ਸਕਦਾ। ਫਿਰ ਇਹਨਾਂ ਲਈ ਕ੍ਰਾਈਸਿਸ ਬਹੁਤ ਸੀਰੀਅਸ ਹੋਊਗਾ ਤੇ ਫਿਰ ਹੋ ਸਕਦਾ ਕੋਈ ਹੋਰ ਨਵਾਂ ਅਕਾਲੀ ਦਲ। ਪਰ ਸਮੱਸਿਆ ਇਹ ਹੈਗੀ ਆ ਕਿ ਅਕਾਲੀ ਦਲਾਂ ਦੇ ਵਿੱਚ ਵਿਚਾਰ ਦੀ ਥਾਂ ਤੇ ਡਾਂਗਾਂ ਭਾਰੀ ਹੋ ਗਈਆਂ, ਗਾਲਾਂ ਭਾਰੀ ਹੋ ਗਈਆਂ, ਪੱਗਾਂ ਲਾਉਣੀਆਂ ਜਿਹੜੀਆਂ ਭਾਰੀ ਹੋ ਗਈਆਂ। ਇਹ ਵਰਤਾਰਾ ਦੇਸ਼ ਦੇ ਵਿੱਚ ਵੀ ਹੈਗਾ, ਪੰਜਾਬ 'ਚ ਵੀ ਆ। ਇਹ ਤੁਹਾਡੇ ਇੱਥੇ ਅਮਰੀਕਾ ਕੈਨੇਡਾ ਜੀ ਮੇਰੇ ਖਿਆਲ ਉਹੀ ਸੱਭਿਆਚਾਰ, ਉਹੀ ਕਲਚਰ ਜਿਹੜਾ ਭਾਰੀ ਹੋ ਰਿਹਾ, ਜਿਹੜਾ ਸਭ ਤੋਂ ਵੱਡਾ ਚੈਲੰਜ ਅਕਾਲੀ ਦਲ ਲਈ ਪੈਦਾ ਕਰਦਾ। ਜੀ ਸੇਖੋ ਸਾਹਿਬ, ਕਿਸੇ ਵਕਤ ਇਤਿਹਾਸ ਦੱਸਦਾ ਹੈ ਕਿ ਅਫਗਾਨਿਸਤਾਨ ਤੋਂ ਲੈ ਕੇ ਯਮੁਨਾ ਨਦੀ ਤੱਕ ਪੰਜਾਬ ਦਾ ਇਲਾਕਾ ਵੱਜਦਾ ਸੀ। ਪਾਰਟੀਸ਼ਨ ਵਿੱਚ ਵੀ ਨੁਕਸਾਨ ਹੋਇਆ, ਇਲਾਕਾ ਚਲਾ ਗਿਆ ਤੇ 1966 ਦੇ ਵਿੱਚ ਵੀ। ਹੁਣ ਤਾਂ ਪੰਜਾਬ ਬਿਲਕੁਲ ਮਾਹਿਰ ਕਹਿੰਦੇ ਨੇ ਕਿ ਚਿੜੀ ਦੇ ਪਹੁੰਚੇ ਜਿੰਨਾ ਰਹਿ ਗਿਆ, ਔਰ ਇਹਨੂੰ ਹੀ ਸੰਭਾਲ ਲਈਏ ਤਾਂ ਬਹੁਤ ਵਧੀਆ ਗੱਲ ਹੋਏਗੀ। ਬਹੁਤ ਬਹੁਤ ਸ਼ੁਕਰੀਆ ਸੇਖੋ ਸਾਹਿਬ ਕਿ ਤੁਸੀਂ ਸਾਰਾ ਇਹਨਾਂ ਵਿਸ਼ਿਆਂ ਦੇ ਉੱਤੇ ਸਾਨੂੰ ਐਨਲਾਈਟਨ ਕੀਤਾ। ਅਸੀਂ ਹੋਰ ਵਿਸ਼ੇ ਲੈ ਕੇ ਤੁਹਾਡੇ ਤੱਕ ਅਪਰੋਚ ਕਰਦੇ ਰਵਾਂਗੇ। ਥੈਂਕ ਯੂ ਵੈਰੀ ਮੱਚ ਸੇਖੋ ਸਾਹਿਬ। ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।